टल गुर सेवियै अहनिस सहज सुभाए दर्शन परसै गुरु कै जन्म मरण दुख जाय दर्शन परसै गुरु कै जन्म मरण दुख जाय। सतनाम श्री वाहेगुरु साहिब जीओ। श्लोक महला पहला। जियो पाए तन साजया रखया बनत बनाए। आखे देखै जिहवा बोलै कने सुरत समाए। जियो पाए तन साजया रखया बनत बनाए। आखे देखै जिहवा बोलै कने सुरत समाए। पैरे चलै हथे करना दिता पैन खाए। जिन रच रचया तिसहे न जानै अंधा अंध कमाए। जा भजै तां ठीक रहोवै काढ़त घड़ी न जाए। नानक गुर बिन नाहे पत पत विण पार न पाए। जा भजै तां ठीक रहोवै काढ़त घड़ी न जाए। नानक गुर बिन नाहे पत पत विण पार न पाए। वाहेगुरु जी का खालसा वाहेगुरु जी के फतेह। सच्चे पातशाह चबर छतर तख्त दे मालिक दीना बंधु 10 पातशाहियां दे आत्मक स्वरूप धन साहिब श्री गुरु ग्रंथ साहिब जी महाराज हजूर दी परम दया सदका सतगुरु जी दे महान पवित्र स्थान तख्त सचखंड श्री हजूर श्री अबचल नगर साहिब विखे इस सतसंगत दियां कड़ियां दा सुभाग समा आपां नूं प्राप्त होया है। सतगुरु दे पावन दरबार अंदर तुरकी बाणी दी लड़ीवार कथा दा समा है। प्यार शरदा नाल सच्चे पातशाह जी दा पावन उपदेश मन एकाग्र करके सरवण करिए। हजूर दे पवित्र चरणां दा ध्यान करते हुए आखो जी सतनाम। श्री वाहे
ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼ਲੋਕ ਮਹਲਾ ਪਹਿਲਾ। ਸੱਚੇ ਪਾਤਸ਼ਾਹ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਮਾਝ ਦੀ ਵਾਰ ਦਾ ਸੱਚੇ ਪਾਤਸ਼ਾਹ ਜੀ ਦੂਸਰਾ ਸ਼ਬਦ ਆਰੰਭ ਕਰਦੇ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਸ਼ਲੋਕ ਉਚਾਰਨ ਕਰਦੇ ਹਨ। ਜਿਉ ਪਾਏ ਤਨ ਸਾਜਿਆ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਬਿਰਾਜਮਾਨ ਨੇ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਬੜਮੁੱਲੀਆਂ ਦਾਤਾਂ ਬਾਬਤ ਦੱਸੋ। ਮਹਾਰਾਜ ਕਈ ਵਾਰ ਮਨ ਜਿਹੜਾ ਨਾ ਇਉਂ ਮੁਨਕਰ ਹੋ ਜਾਂਦਾ ਹੈ ਕਿ ਸਾਨੂੰ ਪਰਮੇਸ਼ਰ ਨੇ ਕੀ ਦਿੱਤਾ ਹੈ, ਕਿਉਂਕਿ ਸੰਸਾਰ ਦੇ ਅੰਦਰ ਜੇ ਜੀਵ ਨੂੰ ਕੇਵਲ ਧਨ ਹੀ ਨਾ ਐਸ਼ਵਰਜ ਵਾਸਤੇ ਮਿਲੇ ਤੇ ਪਰਮੇਸ਼ਰ ਨੂੰ ਉਲਾਂਭੇ ਦੇਣ ਲੱਗ ਪੈਂਦਾ ਹੈ ਕਿ ਮੈਨੂੰ ਕੁਝ ਨਹੀਂ ਦਿੱਤਾ। ਮਹਾਰਾਜ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਕਿਹੜੀਆਂ ਕਿਹੜੀਆਂ ਦਾਤਾਂ ਹਨ, ਆਪ ਕਿਰਪਾ ਕਰਕੇ ਦੱਸੋ। ਤੇ ਹਜੂਰ ਦੱਸਦੇ ਹੈ ਕਿ ਕੈਸਾ ਇਹ ਬੜਮੁੱਲਾ ਸਰੀਰ ਪਰਮੇਸ਼ਰ ਨੇ ਦਾਤ ਵਿੱਚ ਦਿੱਤਾ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਜਿਉ ਪਾਏ ਤਨ ਸਾਜਿਆ। ਹਜੂਰ ਕਹਿੰਦੇ ਨੇ ਕਿ ਸੂਖਸ਼ਮ ਸਰੀਰ ਜਿਹੜਾ ਨਾ ਜੀਵਾਤਮਾ ਪਾ ਕਰਕੇ ਵਾਹਿਗੁਰੂ ਨੇ ਇਸ ਤਨ ਨੂੰ ਸਥੂਲ ਸਰੀਰ ਨੂੰ ਮਹਾਰਾਜ ਕਹਿੰਦੇ ਸਾਜਣਾ ਕੀਤਾ ਹੈ। ਇਹ ਜਿਹੜਾ ਸਥੂਲ ਸਰੀਰ ਹੈ ਇਹਦੇ ਵਿੱਚ ਸੂਖਸ਼ਮ ਸਰੀਰ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਵਾਹਿਗੁਰੂ ਨੇ ਪਾ ਕਰਕੇ ਇਹਦੀ ਸਾਜਣਾ ਕੀਤੀ ਆ। ਰੱਖਿਆ ਬਣਤ ਬਣਾਏ। ਫਿਰ ਮਾਤਾ ਦੇ ਗਰਭ ਦੇ ਅੰਦਰ ਰੱਖ ਕਰਕੇ ਇਸ ਦੀ ਬਣਤਰ ਨੂੰ ਮਹਾਰਾਜ ਕਹਿੰਦੇ ਬਣਾਉਣਾ ਕੀਤਾ। ਜਦੋਂ ਸਾਧ ਸੰਗਤ ਜੀ ਜੀਵ ਦੀ ਉਤਪਤੀ ਹੁੰਦੀ ਹੈ 3 ਮਹੀਨੇ ਪਹਿਲਾਂ ਸੋ ਸਰੀਰ ਦੇ ਅੰਗ ਪ੍ਰਤੰਗ ਹੀ ਬਣਦੇ ਹੈ। ਪਹਿਲਾਂ ਜਿਵੇਂ ਮਹਾਰਾਜ ਆਖਿਆ ਕਿ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਤਿਹ ਕੀਆ ਪਿੰਡ 10 ਦੁਆਰਾ। ਇਹ 10 ਦੁਆਰਿਆਂ ਵਾਲਾ ਸਰੀਰ ਜਿਹੜਾ ਹੈ ਮਾਤਾ ਦੀ ਰਕਤ ਤੋਂ ਬਣਿਆ ਹੈ ਤੇ ਪਿਤਾ ਦੀ ਬਿੰਦ ਤੋਂ। ਜਿਹੜੀ ਸਾਧ ਸੰਗਤ ਜੀ ਹੱਡੀਆਂ ਹਨ ਇਹ ਪਿਤਾ ਦੀ ਬਿੰਦ ਦੀ ਅੰਸ਼ ਹਨ ਤੇ ਜਿਹੜਾ ਲਹੂ ਹੈ, ਮਾਸ ਹੈ, ਚਮੜੀ ਹੈ, ਇਹ ਮਾਤਾ ਦੀ ਰਕਤ ਦੀ ਅੰਸ਼ ਹਨ। ਸੱਚੇ ਪਾਤਸ਼ਾਹ ਜੀ ਨੇ ਵੇਖੋ ਕਹੋ ਜੀ ਨਰ ਨਰੈਣੀ ਦੇਹੀ ਜਿਹੜੀ ਹੈ ਉਹ ਕੈਸੀ ਮਲੀਨ ਚੀਜ਼ ਤੋਂ ਕੱਢ ਦਿੱਤੀ ਹੈ। ਮਹਾਰਾਜ ਆਖਿਆ ਨਾ ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਮਹਾਰਾਜ ਕਹਿੰਦੇ ਭਾਈ ਉਹ ਪਾਣੀ ਜਿਹੜਾ ਨਾ ਪਿਤਾ ਦੀ ਬਿੰਦ ਮੈਲਾ ਹੈ। ਫਿਰ ਮਹਾਰਾਜ ਕਹਿੰਦੇ ਭਾਈ ਜਿਹੜੀ ਮਾਟੀ ਗੋਰੀ ਭਾਵ ਗੇਰੀ ਜਿਹੜੀ ਹੈ ਉਹ ਸੂਹੇ ਰੰਗ ਦੀ ਹੈ, ਮਾਤਾ ਦਾ ਰਕਤ ਜੋ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਮਿੱਟੀ ਤੋਂ ਤੇਰੀ ਇਹ ਸਰੀਰ ਰੂਪੀ ਪੁਤਲੀ ਵਾਹਿਗੁਰੂ ਨੇ ਜੋੜ ਦਿੱਤੀ ਹੈ। ਪਰਮੇਸ਼ਰ ਨੇ ਬਣਾਉਣਾ ਕੀਤਾ ਤੇਰੀ ਇਸ ਦੇਹ ਨੂੰ। ਤੇ ਸਾਧ ਸੰਗਤ ਜੀ ਰੱਖਿਆ ਬਣਤ ਬਣਾਏ। ਜਦੋਂ ਮਾਤਾ ਦੇ ਉਦਰ ਵਿੱਚ ਰੱਖਿਆ ਨਾ
ਬਣਤਰ ਨੂੰ ਪਹਿਲਾਂ ਮਹਾਰਾਜ ਨੇ ਜਿਹੜਾ ਸੀ ਬਣਾਉਣਾ ਕੀਤਾ। ਜਦੋਂ ਜਿਨ ਕਨ ਕੀਤੇ ਅੱਖੀ ਨਾਕ, ਅੱਗੇ ਮਹਾਰਾਜ ਜ਼ਿਕਰ ਕਰਨਗੇ। ਸਾਰੇ ਅੰਗ ਪ੍ਰਤੰਗ ਜਦੋਂ ਬਣ ਜਾਂਦੇ ਐ, ਕੇਸ ਵੀ ਆ ਜਾਂਦੇ ਐ। ਵੇਖ ਲਓ, ਕੇਸ ਮਾਤਾ ਦੇ ਉਦਰ ਚੋਂ ਲੈ ਕਰਕੇ ਬੱਚਾ ਜਨਮਦਾ ਹੈ। ਜਿਹੜਾ ਸਾਧ ਸੰਗਤ ਜੀ ਜਨਮ ਤੋਂ ਬਾਅਦ ਜੇ ਕੇਸਾਂ ਨੂੰ ਨਾ ਕਟਾਵੇ ਤੇ ਫਿਰ ਸਰੂਪ ਕਿਹੋ ਜਿਹਾ ਹੋਊਗਾ? ਸਿੱਖ ਵਾਲਾ। ਇਸ ਕਰਕੇ ਜਨਮ ਤੋਂ ਬਾਅਦ ਹੀ ਜਿਵੇਂ ਸਰੀਰ ਤਗੜਾ ਹੁੰਦਾ ਹੈ, ਉਹਦੇ ਵਿੱਚ ਅਦਲਾ ਬਦਲੀ ਕਰਕੇ ਹੀ ਹੋਰਨਾਂ ਧਰਮਾਂ ਦੇ ਚਿੰਨ੍ਹ ਬਣਾਏ ਜਾਂਦੇ ਹੈ। ਕੇਸਾਂ ਨੂੰ ਕੱਟ ਕੇ, ਕੋਈ ਲਵਾਂ ਨੂੰ ਕੱਟ ਕੇ, ਕੋਈ ਸੁੰਨਤ ਕਰਕੇ। ਪਰ ਜੇ ਜਿਹੋ ਜਿਹਾ ਮਾਤਾ ਦੇ ਉਦਰ ਚੋਂ ਜਨਮ ਲਿਆ ਉਹੋ ਜਿਹਾ ਰਹੇ ਤੇ ਫਿਰ ਸਿੱਖ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਰੱਖਿਆ ਬਣਤ ਬਣਾਏ। ਉੱਥੇ ਵਾਹਿਗੁਰੂ ਨੇ ਪਹਿਲਾਂ ਤੇਰੀ ਰੱਖਿਆ ਕੀਤੀ, ਕਿਉਂਕਿ ਜਿਹੜੀ ਬਾਹਰ ਦੀ ਅੱਗ ਹੈ ਨਾ, ਇਹਦੇ ਨਾਲੋਂ ਅੰਦਰ ਜਿਹੜੀ ਮਾਤਾ ਦੀ ਜਠਰ ਅਗਨੀ ਹੈ ਉਹ ਕਹਿੰਦੇ ਨੇ ਬਹੁਤ ਜ਼ਿਆਦਾ ਪ੍ਰਜਵਲਿਤ ਹੈ। ਰੱਖਿਆ ਕੀਤੀ ਉੱਥੇ ਆਪ ਦਾ ਸਿਮਰਨ ਦੇ ਕਰਕੇ। ਪਹਿਲਾਂ ਤਾਂ ਸਾਧ ਸੰਗਤ ਜੀ ਜਦੋਂ ਹੋਂਦ ਬਣਦੀ ਹੈ ਉਹਦਾ ਮਹਾਰਾਜ ਜ਼ਿਕਰ ਕੀਤਾ ਹੈ ਕਿ ਬਣਤਰ ਨੂੰ ਬਣਾਉਣਾ ਕੀਤਾ ਹੈ, ਅੰਗ ਪ੍ਰਤੰਗ ਬਣਾਏ ਹੈ। ਜਦੋਂ ਪਹਿਲਾਂ ਗੋਲੀ ਬਣਦੀ ਹੈ, ਗੋਲੀ ਤੋਂ ਬਾਅਦ ਫਿਰ ਸਾਧ ਸੰਗਤ ਜੀ ਹੌਲੀ ਹੌਲੀ ਉਹਦਾ ਆਕਾਰ ਵੱਧਦਾ। ਉਹਦੇ ਵਿੱਚੋਂ ਹੀ ਵੇਖੋ ਅੰਗ ਤੇ ਪ੍ਰਤੰਗ ਬਣਨ ਲੱਗ ਪੈਂਦੇ ਆ। ਉੱਥੇ ਕੋਈ ਮਾਂ ਯਤਨ ਨਾਲ ਬਣਾਉਂਦੀ ਹੈ ਜਾਂ ਪਿਓ ਯਤਨ ਨਾਲ ਬਣਾਉਂਦਾ ਹੈ? ਨਹੀਂ, ਇਹ ਵਾਹਿਗੁਰੂ ਦੀ ਕੁਦਰਤ ਹੈ। ਪਰਮੇਸ਼ਰ ਦੀ ਵੇਖੋ ਕੈਸੀ ਅਸਚਰਜਤਾਈ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਨੂੰ ਦਿਖਾਉਂਦੇ ਆ, ਪਰ ਅਸੀਂ ਇੰਨੇ ਗਾਫਲ ਹੋ ਜਾਂਦੇ ਆ ਮਾਇਆ ਵਿੱਚ, ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਪ੍ਰਤੱਖ ਵਰਤ ਰਹੀ ਸ਼ਕਤੀ ਵੀ ਅਸੀਂ ਉਹਦੇ ਤੋਂ ਮੁਨਕਰ ਹੋਈ ਬੈਠੇ ਹਾਂ। ਗੁਰੂ ਸਾਹਿਬ ਜੀ ਆਪ ਨਿਰੰਕਾਰ ਸਰੂਪ ਨੇ। ਇਸ ਕਰਕੇ ਸਤਿਗੁਰੂ ਜੀ ਸਾਡਾ ਧਿਆਨ ਦਿਵਾਉਂਦੇ ਆ ਕਿ ਪਰਮੇਸ਼ਰ ਨੇ ਕੀ ਦਿੱਤਾ ਤੈਨੂੰ। ਮਹਾਰਾਜ ਕਹਿੰਦੇ ਪਹਿਲਾਂ ਤਾਂ ਤੇਰਾ ਸੂਖਸ਼ਮ ਸਰੀਰ ਬਣਾਇਆ, ਇਹ ਥੋੜੀ ਗੱਲ ਨਹੀਂ। ਜਿਹੜਾ ਇਹ ਸਾਧ ਸੰਗਤ ਜੀ 17 ਤੱਤਾਂ ਦੀ ਸੂਖਸ਼ਮ ਦੇਹ ਹੈ, 5 ਕਰਮ ਇੰਦਰੇ ਹੈ, 5 ਜਿਹੜੇ ਗਿਆਨ ਇੰਦਰੇ ਹੈ, 5 ਪ੍ਰਾਣ ਹਨ, ਮਨ ਤੇ ਬੁੱਧ। ਇਸ ਪ੍ਰਕਾਰ ਇਹ 5 ਤੱਤਾਂ ਦਾ ਫਿਰ ਥੂਲ ਸਰੀਰ ਬਣਾਇਆ ਹੈ, ਵਿੱਚ ਸੂਖਸ਼ਮ ਸਰੀਰ ਨੂੰ ਪਾ ਕਰਕੇ। ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਇਹ 5 ਤੱਤ ਨੇ। ਤੇ 5 ਤੱਤਾਂ ਨੂੰ ਮਹਾਰਾਜ ਕਹਿੰਦੇ ਭਾਈ ਜਿਉ ਪਾਏ ਤਨ ਜਿਨ ਸਾਜਿਆ। ਜਿਸ ਪਰਮੇਸ਼ਰ ਨੇ ਜੀਵ ਆਤਮਾ ਇਹ ਸੂਖਸ਼ਮ ਸਰੀਰ ਪਾ ਕਰਕੇ ਇਸ ਤਨ ਦੀ ਮਹਾਰਾਜ ਕਹਿੰਦੇ ਨੇ ਥੂਲ ਦੇਹੀ ਦੀ ਸਾਜਣਾ ਕੀਤੀ ਹੈ। ਫਿਰ ਸਾਧ ਸੰਗਤ ਜੀ ਜਦੋਂ ਇਹਦੀ ਬਣਤਰ ਬਣ ਜਾਂਦੀ ਹੈ ਨਾ, ਰੱਖਿਆ ਬਣਤ ਬਣਾਏ, ਰੱਖਿਆ ਕੀਤੀ, ਬਣਤਰ ਨੂੰ ਬਣਾਉਣਾ ਕੀਤਾ। ਉੱਥੇ ਫਿਰ ਜਦੋਂ ਜੀਵ ਆਤਮਾ ਵਿੱਚ ਪਾਇਆ ਜਾਂਦਾ ਹੈ, ਫਿਰ ਜਦੋਂ ਅੰਗ ਪ੍ਰਤੰਗ ਪੂਰੇ ਬਣ ਜਾਂਦੇ ਹਨ, ਜਿਹੜੀ ਰੂਹ ਨੇ ਫਿਰ ਸਾਧ ਸੰਗਤ ਜੀ ਜਿਹੜੇ ਜੀਵ ਨੇ ਜਨਮ ਲੈਣਾ ਹੈ, ਉਹ ਮਾਤਾ ਦੇ ਉਦਰ ਦੇ ਵਿੱਚ 3 ਮਹੀਨੇ ਤੋਂ ਬਾਅਦ ਆ ਜਾਂਦਾ ਹੈ। 9 ਮਹੀਨੇ ਬਾਅਦ 10ਵੀਂ ਮਾਸੀ ਹੁਕਮ ਬਾਲਕ ਜਨਮ ਲਿਆ। ਤੇ ਸਾਧ ਸੰਗਤ ਜੀ 9 ਮਹੀਨੇ ਬੀਤ ਜਾਣ ਤੋਂ ਬੱਚੇ ਦਾ ਜਨਮ ਹੁੰਦਾ ਨਾ, ਪਰ ਜਿਹੜਾ ਰੂਹ ਨੂੰ ਉੱਥੇ ਕਸ਼ਟ ਸਹਾਰਨਾ ਪੈਂਦਾ ਨਾ, ਉਹ 6 ਮਹੀਨੇ ਰੱਖਿਆ। ਵੇਖੋ ਦੀਨ ਦਿਆਲ ਸਤਿਗੁਰੂ ਜੀ ਨੇ ਕਿੱਡਾ ਪ੍ਰਕਾਰ ਹੀ ਕੀਤਾ ਨਾ। ਫਿਰ ਵੀ ਸਾਰੀ ਉਸ ਪ੍ਰਕਿਰਿਆ ਨੂੰ 9 ਮਹੀਨੇ ਸੰਪੂਰਨ ਲੱਗਦੇ ਹੈ, ਪਰ ਜਿਹੜੀ ਅੰਦਰ ਜੀਓ ਹੈ ਨਾ, ਜਿਹੜਾ ਸੂਖਸ਼ਮ ਸਰੀਰ, ਉਹਨੂੰ ਉਹ ਕਸ਼ਟ ਸਾਰੇ 6 ਮਹੀਨੇ ਸਹਾਰਨੇ ਪੈਂਦੇ, ਕਿਉਂਕਿ 3 ਮਹੀਨੇ ਤਾਂ ਅੰਗ ਪ੍ਰਤੰਗ ਬਣਦੇ ਆ। ਇਸੇ ਕਰਕੇ ਫਰੀਦੀ ਨੇ ਵੀ ਇਹ ਸ਼ਬਦ ਕਹੇ ਆ, ਗਡੇਂਦਿਆਂ 6 ਮਾਹ 6 ਮਹੀਨੇ ਲੱਗਦੇ ਆ, ਕਿਉਂਕਿ ਰੂਹ ਨੂੰ 6 ਮਹੀਨੇ ਦੁੱਖ ਸਹਿਣਾ ਪੈਂਦਾ ਨਾ। ਉਹ ਦੁੱਖ ਕਿਹੋ ਜਿਹਾ ਹੈ ਮਹਾਰਾਜ ਦੱਸਿਆ ਹੈ। ਫਰੀਦੀ ਕਹਿੰਦੇ ਗੰਡੇਂਦਿਆਂ 6 ਮਾਹ ਤੁੜੰਦਿਆਂ ਇੱਕ ਖਿਨੋ। ਜਦੋਂ ਟੁੱਟਦਾ ਨਾ ਨਾਤਾ ਇਸ ਸੰਸਾਰ ਨਾਲੋਂ, ਉਦੋਂ ਇੱਕ ਖਿਨ ਹੀ ਲੱਗਦਾ ਹੈ। ਥੂਲ ਦੇ ਚੋਂ ਸੂਖਸ਼ਮ ਦੇ ਝਾਟੀ ਉਡਾਰੀ ਮਾਰ ਕੇ ਚਲੀ ਜਾਂਦੀ। ਤੇ ਜਦੋਂ ਗੰਢ ਪੈਂਦੀ ਹੈ
ਇਸ ਸੰਸਾਰ ਦੇ ਨਾਲ ਉਦੋਂ 6 ਮਹੀਨੇ ਲੱਗ ਜਾਂਦੇ। ਉਹ 6 ਮਹੀਨੇ ਦਾ ਸਮਾਂ ਕਿਹੋ ਜਿਹਾ ਹੁੰਦਾ ਹੈ? ਮੁਖ ਤਲੈ ਪੈਰ ਉੱਪਰੈ ਵਸੰਦੋ ਕੋਹਥੜਾ ਥਾਏ। ਕੋਹਥੜਾ ਔਖਾ ਥਾਂ। ਹਜੂਰ ਕਹਿੰਦੇ ਨੇ ਹੁਣ ਤੂੰ ਜਨਮ ਲੈ ਲਿਆ, ਨਾਨਕ ਸੋ ਧਣੀ ਕਿਉਂ ਬਸਾਰਿਓ, ਉਧਰੈ ਜਿਸਦਾ ਨਾਏ। ਮਹਾਰਾਜ ਕਹਿੰਦੇ ਨੇ ਰਕਤ ਬਿੰਦ ਕਰ ਨਿੰਮਿਆ ਅਗਨ ਉਦਰ ਮੰਝਾਰ। ਉਥੇ ਰਕਤ ਸੀ, ਪਿਤਾ ਦੀ ਬਿੰਦ ਸੀ, ਫਿਰ ਤੈਨੂੰ ਨਿੰਮਿਆ ਬਣਾਇਆ ਹੈ ਵਾਹਿਗੁਰੂ ਨੇ ਮਾਤਾ ਦੀ ਜਠਰ ਅਗਨੀ ਦੇ ਅੰਦਰ। ਤੇਰਾ ਜੀਵ ਆਤਮਾ ਪਾ ਕਰਕੇ, ਸੂਖਸ਼ਮ ਸਰੀਰ ਪਾ ਕਰਕੇ ਉੱਥੇ ਤੇਰੀ ਫਿਰ ਰੱਖਿਆ ਕੀਤੀ। ਇਹ ਜਿਹੜੇ 6 ਮਹੀਨੇ ਦਾ ਸਮਾਂ ਹੁੰਦਾ ਨਾ, ਇਸ 6 ਮਹੀਨੇ ਦੇ ਕਾਲ ਵਿੱਚ ਇਹਨੂੰ 100 ਜਨਮ ਦਾ ਜੀਵ ਨੂੰ ਗਿਆਨ ਹੁੰਦਾ ਕਿ ਮੈਂ ਕਿੰਨੀ ਵਾਰੀ ਇਉਂ ਜਨਮ ਲੈ ਲੈ ਕਰਕੇ ਕਿਹੜੀ ਕਿਹੜੀ ਜੂਨ ਵਿੱਚ ਹੋ ਕੇ ਤੇ ਹੁਣ ਫਿਰ ਮਨੁੱਖਾ ਜਨਮ ਨੂੰ ਪ੍ਰਾਪਤ ਹੋ ਰਿਹਾ। ਉੱਥੇ ਮਹਾਰਾਜ ਇਹਨੂੰ ਪਰਾ ਬਾਣੀ ਦੁਆਰਾ ਜਾਪ ਦੀ ਦਾਤ ਦੇ ਦਿੰਦੇ। ਜਿਹੜੀ ਸਾਧ ਸੰਗਤ ਜੀ ਨਾਭੀ ਵਿੱਚ ਪਰਾ ਬਾਣੀ ਚੱਲਦੀ ਹੁੰਦੀ ਹੈ ਨਾ, ਕਿਉਂਕਿ ਮੂੰਹ ਤਾਂ ਉਦੋਂ ਬੰਦ ਹੁੰਦਾ ਹੈ, ਅੱਖਾਂ ਬੰਦ ਹੁੰਦੀਆਂ, ਉਦੋਂ ਤਾਂ ਸਿਮਰਨ ਵਿੱਚ ਜੁੜਿਆ ਹੁੰਦਾ ਹੈ। ਜਿਹੜੀ ਉਹ ਅਵਸਥਾ ਹੈ ਮਾਤਾ ਦੇ ਉਦਰ ਵਿੱਚ ਸਾਧ ਸੰਗਤ ਜੀ, ਉਦੋਂ ਪਾਣੀ ਦੇ ਅੰਦਰ ਹੀ ਉਹ ਔਲ ਦੇ ਅੰਦਰ ਤੈਰਦਾ ਹੁੰਦਾ। ਜੋ ਉਹ ਪਾਣੀ ਸੁੱਕ ਜੇ ਨਾ ਤੇ ਬੱਚਾ ਵਿੱਚੇ ਡੱਡ ਹੋ ਜਾਂਦਾ, ਮਰ ਜਾਂਦਾ ਹੈ। ਕਈ ਮਰੇ ਹੀ ਜਨਮ ਲੈਂਦੇ ਆ। ਫਿਰ ਵਾਹਿਗੁਰੂ ਨੇ ਕਿੱਡੀ ਕਿਰਪਾ ਕੀਤੀ, ਤੈਨੂੰ ਇਹ ਸੰਸਾਰ ਦਿਖਾਇਆ ਹੈ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪੌਣ 9 ਦੁਆਰੇ ਪ੍ਰਗਟ ਕੀਏ। ਮਹਾਰਾਜ ਕਹਿੰਦੇ 9 ਦੁਆਰੇ ਪ੍ਰਗਟ ਕੀਤੇ ਆ, 10ਵਾਂ ਗੁਪਤ ਰਖਾਇਆ। 10ਵਾਂ ਗੁਪਤ ਰੱਖਿਆ ਪਰਮੇਸ਼ਰ ਨੇ। ਤੈਨੂੰ ਚਾਹੀਦਾ ਸੀ ਕਿ ਗੁਰੂ ਸਾਹਿਬ ਦੇ ਕੋਲੋਂ ਹੁਣ ਦਿਵ ਦ੍ਰਿਸ਼ਟੀ ਪ੍ਰਾਪਤ ਕਰਕੇ 10ਵਾਂ ਖੋਲ ਲੈ, ਕਿਉਂਕਿ ਇਹ ਮਨੁੱਖਾ ਜਨਮ ਇਸੇ ਕਰਕੇ ਪ੍ਰਾਪਤ ਹੋਇਆ। ਸਤਿਗੁਰੂ ਜੀ ਕਹਿੰਦੇ ਐ ਇਹ ਜਿਹੜਾ ਤੇਰਾ ਸਰੀਰ ਹੈ ਐਡਾ ਵਡਮੁੱਲਾ ਹੈ, ਐਡਾ ਦੁਰਲੱਭ ਹੈ। ਕਿਹਾ ਨਾ ਕਿ ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ, ਜਿਉਂ ਬਨ ਪਲ ਪੱਕ ਫਲ ਭੋਏ ਗਿਰੇ, ਬਹੁਰ ਨਾ ਲਾਗੈ ਡਾਰ। ਜਿਵੇਂ ਬਣ ਦਾ ਬ੍ਰਿਕਸ਼ ਦਾ ਲੱਗਿਆ ਹੋਇਆ ਫਲ ਪੱਕਿਆ ਹੋਇਆ ਭੁੰਜੇ ਡਿੱਗ ਪੈਂਦਾ, ਬਹੁਰੋਂ ਡਾਲੀ ਨਾਲ ਨਹੀਂ ਲੱਗਦਾ। ਕਿੱਡੀ ਵੱਡੀ ਦਾਤ ਹੈ ਮਹਾਰਾਜ ਨੇ ਦਿੱਤੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਰਮਾਉਂਦੇ ਹੈ, ਜਿਉ ਪਾਏ ਤਨ ਸਾਜਿਆ। ਇਹ ਸੂਖਸ਼ਮ ਸਰੀਰ 17 ਤੱਤਾਂ ਦਾ, 5 ਤੱਤਾਂ ਦੀ ਥੂਲ ਦੇਹ ਵਿੱਚ ਪਾ ਕਰਕੇ, ਤਨ ਵਿੱਚ ਪਾ ਕਰਕੇ ਮਹਾਰਾਜ ਕਹਿੰਦੇ ਭਾਈ ਤੇਰੀ ਸਾਜਣਾ ਵਾਹਿਗੁਰੂ ਨੇ ਕੀਤੀ ਆ। ਰੱਖਿਆ ਬਣਤ ਬਣਾਏ। ਤੇਰੀ ਸਾਰੀ ਬਣਤਰ ਨੂੰ ਬਣਾ ਕਰਕੇ ਫਿਰ ਤੇਰੀ ਰੱਖਿਆ ਕੀਤੀ। ਉੱਥੇ ਮਾਤਾ ਦੀ ਜਠਰ ਅਗਨੀ ਤੋਂ ਮਾਤ ਗਰਮ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ। ਉੱਥੇ ਮਹਾਰਾਜ ਤੂੰ ਰੱਖਿਆ ਕੀਤੀ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਨੇ ਤੇਰੀ ਉੱਥੇ ਰੱਖਿਆ ਕਰਕੇ ਬਹੁਤ ਤੇਰੀ ਪ੍ਰਤਪਾਲਣਾ ਕੀਤੀ, ਤਰਸ ਕੀਤਾ, ਆਪ ਦਾ ਸਿਮਰਨ ਦੇਣਾ ਕੀਤਾ। ਅਖੇ ਦੇਖੈ ਜਿਹਵਾ ਬੋਲੇ। ਫਿਰ ਵੇਖੋ ਵਾਹਿਗੁਰੂ ਨੇ ਅੱਖਾਂ ਵੇਖਣ ਨੂੰ ਦਿੱਤੀਆਂ। ਸੱਚੇ ਪਾਤਸ਼ਾਹ ਜੀ ਕਹਿੰਦੇ ਐ ਸਾਧ ਸੰਗਤ ਜੀ ਇਹ ਕਿੱਡਾ ਉਪਕਾਰ ਕੀਤਾ ਪਰਮੇਸ਼ਰ ਨੇ। ਕੋਈ ਕਹਿੰਦਾ ਕੋਈ ਮਹਾਂਪੁਰਸ਼ਾਂ ਕੋਲ ਆ ਕਰਕੇ ਕਹਿਣ ਲੱਗਾ ਬਹੁਤ ਜ਼ਿਆਦਾ ਧਨ ਦੇ ਪੱਖੋਂ ਦੁਖੀ ਸੀਗਾ, ਹੋਰ ਦੁੱਖ ਬੜੇ ਲੱਗੇ। ਕਹਿਣ ਲੱਗਾ ਮੈਨੂੰ ਪਰਮੇਸ਼ਰ ਨੇ ਕੀ ਦਿੱਤਾ ਹੈ, ਮੇਰੇ ਨਾਲ ਬਹੁਤ ਜ਼ਿਆਦਾ ਅਨਿਆਂ ਹੋਇਆ, ਮੈਨੂੰ ਸਦਾ ਦੁੱਖ ਹੀ ਮਿਲਦਾ ਹੈ, ਇਹ ਮੇਰੇ ਨਾਲ ਹੀ ਕਿਉਂ ਇੱਦਾਂ ਹੁੰਦਾ ਹੈ। ਮਹਾਂਪੁਰਖ ਕਹਿੰਦੇ ਭਾਈ ਤੈਨੂੰ ਪਰਮੇਸ਼ਰ ਨੇ ਬਹੁਤ ਕੁਝ ਦਿੱਤਾ ਪਰ ਤੇਰਾ ਖਿਆਲ ਨਹੀਂ ਹੈ। ਕਹਿੰਦਾ ਨਾ ਮੈਨੂੰ ਕੁਝ ਨਹੀਂ ਦਿੱਤਾ। ਕਹਿੰਦੇ ਐਂ ਕਰ ਫਿਰ ਸਾਨੂੰ ਆਪਣਾ ਹੱਥ ਵੱਢ ਕੇ ਦੇ ਦੇ ਤੇ 1 ਲੱਖ ਰੁਪਈਆ ਲੈ ਲੈ। ਕਹਿੰਦਾ ਨਾ ਮਹਾਰਾਜ ਹੱਥ ਤੇ ਨਹੀਂ ਵਢਾਇਆ ਜਾਂਦਾ। ਕਹਿੰਦੇ 2 ਲੱਖ ਲੈਣਾ ਹੀ, ਅੱਖ ਕੱਢ ਕੇ ਦੇ ਦੇ ਇੱਕ ਤੇ 2 ਲੱਖ ਲੈ ਜਾ। ਕਹਿਣ ਲੱਗਾ ਨਾ ਮਹਾਰਾਜ ਅੱਖ ਨਹੀਂ ਕਢਾਈ ਜਾਂਦੀ। ਕਹਿੰਦੇ ਵੇਖਿਆ ਕਿਹੜੀਆਂ ਵਡਮੁੱਲੀਆਂ ਚੀਜ਼ਾਂ ਵਾਹਿਗੁਰੂ ਨੇ ਦਿੱਤੀਆਂ। ਜਿਨ੍ਹਾਂ ਕੋਲ ਅੱਖਾਂ ਨਹੀਂ ਹਨ ਉਹਨਾਂ ਨੂੰ ਪੁੱਛ ਕੇ ਵੇਖ ਕੇ ਅੱਖਾਂ ਦਾ ਸੁੱਖ ਕੀ ਹੁੰਦਾ ਹੈ। ਹਜੂਰ ਕਹਿੰਦੇ ਭਾਈ ਅੱਖੀਂ ਦੇਖੈ, ਅੱਖਾਂ ਨਾਲ ਇਹ ਜੀਵ ਜਿਹੜਾ ਹੈ ਨਾ ਵੇਖਦਾ ਹੈ
ਰੰਗਾਂ ਰੰਗਾਂ ਦੀ ਦੁਨੀਆ ਵੇਖਦਾ, ਬਹੁਤ ਸਾਰੇ ਇੰਨੇ ਤਮਾਸ਼ੇ ਦੇਖਦਾ। ਚਾਹੀਦਾ ਸੀਗਾ ਨਾ ਕਿ ਵਾਹਿਗੁਰੂ ਦੇ ਦਰਸ਼ਨ ਕਰਦਾ, ਇਹਨਾਂ ਅੱਖਾਂ ਨਾਲ ਸਤਸੰਗਤ ਦਾ ਦਰਸ਼ਨ ਕਰਦਾ, ਪੂਰੇ ਗੁਰੂ ਜੀ ਦਾ ਦਰਸ਼ਨ ਕਰਦਾ। ਅੱਖਾਂ ਵੇਖਣ ਨੂੰ ਵਾਹਿਗੁਰੂ ਨੇ ਲਾ ਦਿੱਤੀਆਂ, ਰੂਪ ਹੀ ਵੇਖੀ ਜਾਂਦਾ ਹੈ, ਸੰਸਾਰ ਹੀ ਵੇਖੀ ਜਾਂਦਾ ਹੈ। ਮਹਾਰਾਜ ਕਹਿੰਦੇ ਇਉਂ ਜੇ ਭੁੱਖ ਨਾਲ ਵੇਖਦਾ ਰਿਹਾ ਨਾ ਤੇ ਅੱਖੀਂ ਵੇਖ ਨਾ ਰੱਜੀਆਂ, ਬਹੁ ਰੰਗ ਤਮਾਸ਼ੇ। ਸੰਸਾਰ ਦੇ ਤਮਾਸ਼ੇ ਵੇਖ ਵੇਖ ਕੇ ਤੇਰੀਆਂ ਅੱਖਾਂ ਤ੍ਰਿਪਤ ਨਹੀਂ ਹੋਣਗੀਆਂ। ਇਹ ਵਾਹਿਗੁਰੂ ਨੇ ਤੈਨੂੰ ਵੇਖਣ ਨੂੰ ਦਿੱਤੀਆਂ। ਵਿਆਹ ਸਾਰਾ ਸੰਸਾਰ ਵੇਖ ਰਿਹਾ, ਸੰਸਾਰ ਦੇ ਅੰਦਰ ਛੁਪਿਆ ਹੋਇਆ ਜਿਹੜੀ ਉਹਦੀ ਸੱਤਾ ਆਪ ਹੈ ਨਾ, ਉਹਨੂੰ ਮਹਾਰਾਜ ਕਹਿੰਦੇ ਭਾਈ ਵੇਖਣਾ ਕਰ, ਪ੍ਰਤੱਖ ਕਰਕੇ ਅੱਖੀ ਦੇਖੈ ਜਿਹਵਾ ਬੋਲੇ। ਤੇ ਜੀਭਾ ਵਾਹਿਗੁਰੂ ਨੇ ਬੋਲਣ ਨੂੰ ਲਾ ਦਿੱਤੀ ਹੈ। ਕੋਈ ਵੀ ਗੱਲ ਹੋਵੇ ਬੋਲ ਕੇ ਦੱਸ ਸਕਦਾ ਨਾ। ਕਿਸ ਤਰ੍ਹਾਂ ਆਪਣੇ ਮਨ ਦਾ ਭਾਵ ਬੋਲ ਕੇ ਪ੍ਰਗਟ ਕਰ ਸਕਦਾ ਹੈ। ਗੁੰਗਾ ਨਹੀਂ ਤੈਨੂੰ ਰਹਿਣ ਦਿੱਤਾ ਹੈ। ਤੇ ਜਿਹੜੇ ਸਾਧ ਸੰਗਤ ਜੀ ਵੇਖੋ ਕਰਮਾਂ ਕਰਕੇ ਕੋਈ ਮਾਰ ਪੈਂਦੀ ਹੈ ਤੇ ਗੁੰਗੇ ਹੁੰਦੇ ਆ, ਉਹਨਾਂ ਨੂੰ ਪੁੱਛੋ ਰਸਨਾ ਦਾ ਕੀ ਸੁੱਖ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਨ ਅੱਖ ਕੀਤੇ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ। ਤਾਤ ਸੋਹਣੇ ਮਿੱਠੇ ਬਚਨ ਬੋਲਣ ਨੂੰ ਵਾਹਿਗੁਰੂ ਨੇ ਜੀਭਾ ਦਿੱਤੀ ਹੈ। ਕੌੜੇ ਬੋਲ ਬੋਲਣ ਨੂੰ, ਈਰਖਾ ਵਿੱਚ ਸੜੇ ਹੋਏ ਵਾਕ ਬੋਲਣ ਨੂੰ ਜੀਭਾ ਨਹੀਂ ਦਿੱਤੀ ਹੈ। ਪਰਮੇਸ਼ਰ ਨੇ ਮਿੱਠਾ ਵਾਕ ਬੋਲਣ ਨੂੰ ਇਹ ਜੀਭਾ ਦਿੱਤੀ ਹੈ। ਇਸ ਕਰਕੇ ਨਾਮ ਦੇ ਬੋਲਣ ਨੂੰ, ਬੋਲ ਹਰ ਨਾਮ ਸਫਲ ਸਾ ਘੜੀ, ਤੇਰੀ ਘੜੀ ਉਹ ਸਫਲੀ ਹੋ ਜਾਵੇ, ਨਾਮ ਬੋਲ ਆਪਣੇ ਮੁਖ ਤੋਂ। ਇਸ ਕਰਕੇ ਹਜੂਰ ਕਹਿੰਦੇ ਕਿੱਡਾ ਉਪਕਾਰ ਪਰਮੇਸ਼ਰ ਨੇ ਕੀਤਾ ਹੈ ਕਿ ਮਾਤਾ ਦੇ ਗਰਭ ਵਿੱਚ ਵੇਖ ਹਨੇਰਾ ਹੀ ਹਨੇਰਾ ਸੀਗਾ, ਉੱਥੇ ਅੱਖਾਂ ਤੇ ਸੀਗੀਆਂ ਪਰ ਵੇਖ ਨਹੀਂ ਸੀ ਸਕਦਾ, ਤੇ ਉੱਥੇ ਸਾਧ ਸੰਗਤ ਜੀ ਜੀਭਾ ਤੇ ਸੀਗੀ ਪਰ ਬੋਲ ਨਹੀਂ ਸੀ ਸਕਦਾ। ਇਉਂ ਮਹਾਰਾਜ ਸਾਹਿਬ ਜੀ ਨੇ ਇਹ ਤਰਸ ਕੀਤਾ ਹੈ, ਕਿੱਡਾ ਉਪਕਾਰ ਕੀਤਾ। ਮਹਾਰਾਜ ਕਹਿੰਦੇ ਅੱਖਾਂ ਦੇਖਣ ਨੂੰ ਦਿੱਤੀਆਂ ਨੇ ਤੇ ਜੀਭਾ ਬੋਲਣ ਨੂੰ ਲਾਈ ਆ। ਕੰਨੇ ਸੁਰਤ ਸਮਾਏ, ਕੰਨ ਫਿਰ ਸੁਣਨ ਨੂੰ ਲਾ ਦਿੱਤੇ ਐ। ਜਦੋਂ ਇਹਨਾਂ ਦੇ ਅੰਦਰ ਨਾਦ ਸਮਾਉਂਦਾ ਹੈ ਨਾ, ਪੂਰਿਆ ਜਾਂਦਾ ਕੰਨਾਂ ਦੇ ਅੰਦਰ, ਫਿਰ ਸਾਧ ਸੰਗਤ ਜੀ ਕੀ ਹੈ ਕਿ ਉਹਦੀ ਸੁਰਤ ਗਿਆਤ ਦਿੱਤੀ ਹੈ ਬੁੱਝਣ ਦੀ। ਇਹਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਮੇਰੀ ਮਾਂ ਦੀ ਆਵਾਜ਼ ਹੈ, ਇਹ ਮੇਰੇ ਪਿਤਾ ਦੀ ਆਵਾਜ਼ ਹੈ, ਤੇ ਮਾਂ ਨੂੰ ਪਤਾ ਲੱਗ ਜਾਂਦਾ ਮੇਰੇ ਪੁੱਤ ਦੀ ਆਵਾਜ਼ ਹੈ। ਆਵਾਜ਼ ਸੁਣ ਕਰਕੇ ਹੀ ਸਾਧ ਸੰਗਤ ਜੀ ਇਹਨੂੰ ਸੁਰਤ ਗਿਆਤ ਹੋ ਜਾਂਦੀ। ਜਿਹੜੇ ਸਾਧ ਸੰਗਤ ਜੀ ਇਹ ਕੰਨ ਹਨ ਨਾ, ਜਿਹੜੇ ਡਾਕਟਰ ਉਹ ਕਹਿੰਦੇ ਇਹਨਾਂ ਦੇ ਅੰਦਰ ਇੱਕ ਸੈਂਸ ਜਿਹੜੀ ਜਿੱਥੋਂ ਜੀਵ ਨੂੰ ਪਤਾ ਲੱਗਦੀ ਹੈ, ਉਹ ਕਹਿੰਦੇ ਹੈ ਉਸ ਸੈਂਸ ਦੇ ਨਾਲ ਉਹ ਜਿਵੇਂ ਬੈਲ ਹੁੰਦੀ ਹੈ, ਐਵੇਂ ਜਦੋਂ ਆਵਾਜ਼ ਟਕਰਾਉਂਦੀ ਹੈ ਤੇ ਉਸ ਆਵਾਜ਼ ਦੇ ਟਕਰਾਉਂਦਿਆਂ ਹੀ ਇਹਨੂੰ ਸੁਰਤ ਹੁੰਦੀ ਹੈ, ਫਿਰ ਗਿਆਤ ਹੁੰਦੀ ਹੈ ਕਿ ਇਹ ਆਵਾਜ਼ ਕਾਹਦੀ ਆ ਰਹੀ ਹੈ। ਕੋਈ ਵੀ ਨਾਦ ਪੈਦਾ ਹੁੰਦਾ ਹੈ ਨਾ ਤੇ ਉਹਨੂੰ ਸੁਣ ਕੇ ਹੀ ਨਿਰਣਾ ਲਾਉਂਦਾ ਨਾ ਕੋਈ ਕਿ ਇਹ ਭਾਈ ਗਧਾ ਬੋਲਿਆ, ਹਿੰਗਿਆ ਹੈ, ਇਹ ਕੁੱਤਾ ਭੌਂਕਿਆ ਹੈ ਤੇ ਇਹ ਫਲਾਨੀ ਆਵਾਜ਼ ਹੈ। ਇਸ ਤਰ੍ਹਾਂ ਕਈ ਜਿਹੜੇ ਸਾਧ ਸੰਗਤ ਜੀ ਅੱਖਾਂ ਤੋਂ ਸੂਰਮੇ ਹੁੰਦੇ ਆ ਨਾ, ਉਹਨਾਂ ਨੂੰ ਇਹੋ ਜੀ ਵਾਹਿਗੁਰੂ ਸੁਰਤ ਪਾ ਦਿੰਦੇ ਆ ਅੰਦਰ ਸੁਣਨ ਦੀ ਹੀ, ਕਿ ਉਹ ਭਾਵੇਂ ਕਈ ਸਾਲਾਂ ਬਾਅਦ ਕੋਈ ਮਿਲੇ ਉਹਨੂੰ ਕਹਿ ਦਿੰਦੇ ਤੂੰ ਫਲਾਨਾ ਸਿੰਘ ਨਹੀਂ। ਇਸ ਤਰ੍ਹਾਂ ਇੱਕ ਸਤਿਕਾਰਯੋਗ ਰਾਗੀ ਭਾਈ ਪੂਰਨ ਸਿੰਘ ਜੀ ਸੀਗੇ, ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਦਮਦਮੀ ਟਕਸਾਲ ਦੇ ਹੈੱਡਕੁਆਟਰ ਚੌਂਕ ਮਹਿਤਾ ਵਿਖੇ ਰਾਗ ਵਿਦਿਆ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਸਿਖਾਈ। ਬਹੁਤ ਸਾਲਾਂ ਬਾਅਦ ਜਦੋਂ ਮੇਰਾ ਮਿਲਾਪ ਹੋਇਆ, ਹੁਣ ਤਾਂ ਉਹ ਸਰੀਰ ਛੱਡ ਗਏ ਹੈ, ਤਾਂ ਮੈਂ ਪੁੱਛਿਆ ਜੀ ਪਛਾਣ ਲਿਆ ਰਾਗੀ ਜੀ? ਕਹਿਣ ਲੱਗੇ ਹਾਂ ਪਛਾਣ ਲਿਆ। ਮੈਂ ਕਿਹਾ ਜੀ ਨਾਮ ਬੋਲ ਕੇ ਦੱਸੋ। ਉਸੇ ਵੇਲੇ ਉਹਨਾਂ ਨਾਮ ਬੋਲ ਕੇ ਦੱਸਿਆ। ਇਹ ਸਾਧ ਸੰਗਤ ਜੀ ਕੰਨਾਂ ਵਿੱਚ ਸੁਰਤ ਗਿਆਤ ਵਾਹਿਗੁਰੂ ਜੀ ਪਾ ਦਿੰਦੇ ਇੰਨੀ ਜ਼ਿਆਦਾ ਕਿ ਸੁਣ ਕੇ ਹੀ ਪਤਾ ਲੱਗ ਜਾਂਦਾ ਹੈ। ਤੇ ਜਦੋਂ ਮਨੁੱਖ ਆਪਣੀ ਉਸ ਸੁਰਤ ਨੂੰ ਗਵਾ ਬਹਿੰਦਾ ਨਾ, ਸਾਧ ਸੰਗਤ ਜੀ ਇਹਨੂੰ ਸੁਣਦਿਆਂ ਹੋਇਆਂ ਵੀ ਸੁਣਿਆ ਨਹੀਂ ਜਾਂਦਾ। ਫਿਰ ਜਦੋਂ ਭਜਨ ਸਿਮਰਨ ਵਿੱਚ ਇਹ ਇੰਦਰੇ ਲੱਗਦੇ ਐ, ਨੇਤਰ ਸਿਮਰਨ 'ਚ ਲੱਗਦੇ ਐ,
ਜੀਭਾ ਸਿਮਰਨ 'ਚ ਲੱਗਦੀ ਹੈ, ਫਿਰ ਕੰਨ ਵੀ ਸਿਮਰਨ ਵਿੱਚ ਜੁੜ ਜਾਂਦੇ ਆ। ਜਦੋਂ ਕੰਨ ਸਿਮਰਨ 'ਚ ਜੁੜਦੇ ਆ ਨਾ, ਜਿਹੜੀ ਆਵਾਜ਼ ਸਾਨੂੰ ਨਹੀਂ ਸੁਣ ਰਹੀ ਨਾ ਸਿਮਰਨ ਦੀ, ਫਿਰ ਅੰਦਰ ਸੁਰਤ ਗਿਆਤ ਜਾਗ ਪੈਂਦੀ ਹੈ। ਉਹ ਸੁੱਤੀ ਪਈ ਸੁਰਤ ਜਦੋਂ ਜਾਗਦੀ ਹੈ, ਫਿਰ ਸਾਧ ਸੰਗਤ ਜੀ ਸਿਮਰਨ ਸਭ ਪਾਸਿਓਂ ਸੁਣਨ ਲੱਗ ਪੈਂਦਾ ਹੈ। ਕੰਧਾਂ 'ਚੋਂ ਸਿਮਰਨ ਸੁਣਨ ਲੱਗ ਪੈਂਦਾ ਹੈ, ਆਕਾਸ਼ 'ਚੋਂ, ਹਵਾ 'ਚੋਂ। ਇਉਂ ਜਿੰਨਾ ਜੇਤਾ ਸੁਣਨਾ ਤੇਤਾ ਨਾਮ, ਇਹ ਸੁਰਤ ਜਾਗ ਪੈਂਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਨੇ ਕਿੰਨਾ ਉਪਕਾਰ ਕੀਤਾ ਹੈ। ਜਿਹੜਾ ਸਾਧ ਸੰਗਤ ਜੀ ਬੋਲਾ ਹੁੰਦਾ ਹੈ, ਕਿੱਡਾ ਦੁੱਖ ਹੈ ਉਹਨੂੰ ਕਿ ਕਿਸੇ ਦੀ ਕੋਈ ਗੱਲ ਸੁਣ ਹੀ ਨਹੀਂ ਸਕਦਾ। ਵੇਖੋ, ਉਹਨੂੰ ਪਤਾ ਹੀ ਨਹੀਂ। ਤੇ ਬੋਲੇ ਪੁਰਖ ਦਾ ਵਿਕਾਸ ਨਹੀਂ ਹੁੰਦਾ। ਅਜੇ ਗੂੰਗੇ ਦਾ ਹੋ ਜਾਂਦਾ ਹੈ, ਅੰਨੇ ਦਾ ਵੀ ਹੋ ਜਾਂਦਾ ਹੈ, ਕਿਉਂਕਿ ਜਿਨ੍ਹਾਂ ਦੇ ਨੇਤਰ ਨਹੀਂ, ਵੇਖੋ ਕਿੱਡੇ ਕਿੱਡੇ ਸੁੰਦਰ ਗੰਧਰਵ ਰਾਗੀ ਹੋਏ ਆ। ਤੇ ਜਿਹੜੇ ਗੂੰਗੇ ਆ ਸਾਧ ਸੰਗਤ ਜੀ, ਉਹ ਵਿਦਿਆ ਨੂੰ ਸੁਣ ਸੁਣ ਕੇ ਬਹੁਤ ਜ਼ਿਆਦਾ ਜਿਹੜਾ ਹੈ ਉਹ ਗਿਆਤ ਹਾਸਲ ਕਰ ਲੈਂਦੇ ਆ। ਪਰ ਜਿਹੜਾ ਬੋਲਾ ਹੋ ਜਾਂਦਾ ਨਾ, ਉਹਦੀ ਵਿਦਿਆ ਦੇ ਵਿੱਚ ਸਾਧ ਸੰਗਤ ਜੀ ਫਿਰ ਤਰੱਕੀ ਨਹੀਂ ਹੁੰਦੀ। ਉਹਦੀ ਸੁਰਤ ਜਿਹੜੀ ਅੰਦਰ ਡੱਡ ਹੋ ਜਾਂਦੀ ਹੈ, ਬਹੁਤ ਥੋੜੀ ਰਹਿੰਦੀ ਹੈ। ਤੇ ਜਿਨ੍ਹਾਂ ਦੇ ਅੰਦਰ ਇਹ ਸੁਣਨ ਦੀ ਸ਼ਕਤੀ ਹੈ, ਅੱਖਾਂ ਨਹੀਂ ਵੀ ਹਨ, ਤੇ ਉਹਨਾਂ ਨੂੰ ਕਿੱਡਾ ਮਹਾਰਾਜ ਨੇ, ਵੇਖੋ ਉਹ ਸਾਧ ਸੰਗਤ ਜੀ ਕਹਿੰਦੇ ਆ ਨਾ ਕਿ ਇਹ ਅੱਖਾਂ ਨਾ ਹੋਣ ਤੇ ਜੀਵ ਕੀ ਕਮਾਈ ਕਰੇਗਾ, ਕੀ ਰੋਟੀ ਖਾਏਗਾ। ਪਰ ਮਹਾਰਾਜ ਨੇ ਗੁਣ ਇਹੋ ਜਿਹਾ ਕਈਆਂ ਦੇ ਅੰਦਰ ਧਰ ਦਿੱਤਾ, ਅੱਖਾਂ ਨਹੀਂ ਵੀ ਦਿੱਤੀਆਂ ਤੇ ਉਹ ਕਈਆਂ ਨੂੰ ਰੋਜੀ ਦੇਣ ਦੇ ਵਾਸਤੇ ਸਮਰੱਥ ਮਹਾਰਾਜ ਨੇ ਉਹਨਾਂ ਨੂੰ ਕਰ ਦਿੱਤਾ। ਇਸੇ ਕਰਕੇ ਸਤਿਗੁਰਾਂ ਜੀ ਨੇ ਬਾਣੀ ਦੇ ਅੰਦਰ ਇਹ ਸ਼ਬਦ ਕਹੇ ਹੈ ਕਿ ਅੰਧੇ ਇਹ ਨਾ ਆਖੀਐ, ਜਿਨ ਮੁਖ ਲੋਇਣ ਨਾ ਹੈ, ਅੰਧੇ ਸੇਈ ਨਾਨਕਾ, ਖਸਮੋਂ ਕੁੱਥੇ ਜਾਹੇ। ਮਹਾਰਾਜ ਕਹਿੰਦੇ ਭਾਈ ਉਹ ਅੰਨੇ ਨਹੀਂ ਕਿ ਜਿਨ੍ਹਾਂ ਦੇ ਨੇਤਰ ਨਹੀਂ ਪ੍ਰਤੱਖ, ਅੰਨੇ ਉਹ ਹੈ ਮਹਾਰਾਜ ਕਹਿੰਦੇ ਜਿਹੜੇ ਭਾਈ ਵਾਹਿਗੁਰੂ ਨੂੰ ਭੁੱਲ ਚੁੱਕੇ ਹੈ, ਜਿਨ੍ਹਾਂ ਨੇ ਪਰਮੇਸ਼ਰ ਨੂੰ ਵਿਸਾਰ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹੈ ਕਿ ਭਾਈ ਇਹ ਕੰਨਾਂ ਦੇ ਅੰਦਰ ਜਿਹੜੀ ਆਵਾਜ਼ ਸਮਾਉਂਦੀ ਹੈ ਨਾ, ਜਦੋਂ ਕੰਨੀ ਸੁਰਤ ਸਮਾਏ, ਜਦੋਂ ਪੂਰਦਾ ਹੈ ਨਾਦ ਕੰਨਾਂ ਦੇ ਅੰਦਰ, ਤੇ ਉਦੋਂ ਸਾਧ ਸੰਗਤ ਜੀ ਕੀ ਹੈ ਕਿ ਇਹਨੂੰ ਫਿਰ ਸੁਰਤ ਹੁੰਦੀ ਹੈ, ਗਿਆਤ ਹੁੰਦੀ ਹੈ। ਅੱਜ ਕੱਲ ਤਾਂ ਹੁਣ ਬੜੇ ਤਰੀਕੇ ਆ, ਟੈਲੀਫੋਨ ਤੇ ਝੱਟ ਗੱਲਾਂ ਕਰ ਲੈਂਦੇ ਆ, ਸੁਨੇਹੇ ਪਹੁੰਚਾ ਦਿੰਦੇ ਆ। ਜਦੋਂ ਹਜੂਰ ਦੇ ਵਕਤ ਫੌਜਾਂ ਉਤਰੀਆਂ ਹੁੰਦੀਆਂ ਸੀ ਨਾ, ਤੇ ਸਾਧ ਸੰਗਤ ਜੀ ਇਹ ਸੰਕੇਤ ਹੁੰਦੇ ਸੀਗੇ ਸਿੰਘਾਂ ਦੇ। ਹੋਰ ਜਿਹੜਾ ਰਾਜੇ ਮਹਾਰਾਜੇ ਆਪਣੀਆਂ ਜਿਹੜੇ ਫੌਜਾਂ ਰੱਖਦੇ ਸੀ, ਫੌਜਾਂ ਦੀ ਕਮਾਂਡ ਕਰਨ ਵਾਲੇ ਆਪੋ ਆਪਣੇ ਸੰਕੇਤ ਰੱਖਦੇ ਸੀ। ਤੇ ਗੁਰੂ ਸਾਹਿਬ ਜੀ ਦੀਆਂ ਫੌਜਾਂ ਦੇ ਅੰਦਰ ਨਗਾਰੇ ਦੀ ਆਵਾਜ਼ ਦਾ ਸੰਕੇਤ ਹੁੰਦਾ ਸੀ। ਤੇ ਨਗਾਰਾ ਜਦੋਂ ਵੱਜਦਾ, ਨਗਾਰੇ ਦੀ ਆਵਾਜ਼ ਜਦੋਂ ਕੰਨਾਂ ਵਿੱਚ ਆ ਕਰਕੇ ਪੈਂਦੀ, ਤੇ ਨਗਾਰੇ ਦੀ ਆਵਾਜ਼ ਤੋਂ ਸਿੰਘਾਂ ਨੂੰ ਪਤਾ ਲੱਗ ਜਾਂਦਾ ਭਈ ਲੰਗਰ ਦੀ ਆਵਾਜ਼ ਪਈ ਹੈ, ਚਲੋ ਲੰਗਰ ਖੁੱਲ ਗਿਆ, ਲੰਗਰ ਛਕੀਏ। ਜਾਂ ਫਿਰ ਸ਼ਰਦਾਈ ਦੀ ਆਵਾਜ਼ ਪਈ ਹੈ ਭਈ ਚਲੋ ਸ਼ਰਦਾਈ ਦੇ ਰਗੜੇ ਲੱਗੇ ਆ, ਸ਼ਰਦਾਈ ਛਕੀਏ। ਫਿਰ ਜਦੋਂ ਕਿਤੇ ਦੁਸ਼ਮਣ ਦੀ ਭਿਣਕ ਪੈ ਜਾਵੇ, ਫਿਰ ਕੱਲੇ ਕੱਲੇ ਨੂੰ ਜਾ ਕੇ ਥੋੜੋ ਦੱਸਦੇ ਸੀ। ਤਾਂ ਸਾਧ ਸੰਗਤ ਜੀ ਨਗਾਰੇ ਤੇ ਚੋ ਵੀ ਇਹੋ ਜੀ ਮਾਰਦੇ ਸੀ, ਸਭ ਨੂੰ ਪਤਾ ਲੱਗ ਜਾਂਦਾ ਸੀ ਕਿ ਭਈ ਯੁੱਧ ਦਾ ਬਿਗਲ ਵੱਜ ਗਿਆ ਜੇ। ਇਹ ਸੰਕੇਤ ਸੀਗਾ। ਤੇ ਜਦੋਂ ਨਗਾਰੇ ਦੇ ਉੱਤੇ ਦੋਹਰੀਆਂ ਚੋਬਾਂ ਵੱਜ ਜਾਂਦੀਆਂ ਨਾ, ਉਦੋਂ ਫਿਰ ਫੌਜ ਨੂੰ ਪਤਾ ਲੱਗ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਘੋੜੇ ਤੇ ਚੜ੍ਹ ਗਏ। ਸੱਚੇ ਪਾਤਸ਼ਾਹ ਰਣ ਤੱਤੇ ਵਿੱਚ ਅਗਵਾਹੀ ਕਰਨ ਨੂੰ ਆ ਗਏ ਮਹਾਰਾਜ ਸੱਚੇ ਪਾਤਸ਼ਾਹ। ਉਦੋਂ ਫਿਰ ਜਾਨਾਂ ਹੂਲ ਕੇ ਸਿੰਘ ਲੜਦੇ, ਫਿਰ ਇਹੋ ਜਿਹਾ ਪੁਰਸ਼ਾਰਥ ਕਰਦੇ, ਕਿਉਂਕਿ ਗੁਰੂ ਸਾਹਿਬ ਦੇ ਆਉਣ ਨਾਲ ਉਤਸ਼ਾਹ ਵੱਧ ਜਾਂਦਾ ਬਹੁਤ ਜ਼ਿਆਦਾ। ਇੱਕ ਹੀ ਝਟਕੇ ਨਾਲ, ਜਿਵੇਂ ਇੱਕ ਹੀ ਹੱਲੇ ਨਾਲ ਯੁੱਧ ਮਹਾਰਾਜ ਫਤਿਹ ਕਰਦੇ ਆ ਕਰਦੇ। ਇਸ ਤਰ੍ਹਾਂ ਇਹ ਆਵਾਜ਼ਾਂ ਦੇ ਸੰਕੇਤ ਹੁੰਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੱਸਦੇ ਆ ਜੀਵ ਨੂੰ, ਸਾਨੂੰ ਮਹਾਰਾਜ ਇਹ ਸਤਿਗੁਰੂ ਜੀ ਸਿੱਖਿਆ ਦੇ ਰਹੇ ਹੈ ਕਿ ਵਾਹਿਗੁਰੂ ਨੇ ਕਿੱਡਾ ਉਪਕਾਰ ਕੀਤਾ ਹੈ। ਕੰਨਾਂ ਵਿੱਚ ਜਦੋਂ ਕੋਈ ਆਵਾਜ਼ ਸਮਾਉਂਦੀ ਹੈ ਪੂਰਦੀ ਆ ਕਰਕੇ, ਤੇ ਉਹਦੇ ਬੁੱਝ ਲੈਣ ਦੀ ਵਾਹਿਗੁਰੂ ਨੇ ਸੁਰਤ ਦਿੱਤੀ ਹੈ, ਗਿਆਤ ਦਿੱਤੀ ਹੈ। ਪੈਰੇ ਚੱਲੈ ਹੱਥੇ ਕਰਨਾ, ਫਿਰ ਪੈਰ ਚੱਲਣ ਨੂੰ ਦਿੱਤੇ ਐ, ਹੱਥ ਜਿਹੜੇ ਉਹ ਕਿਰਤ ਕਰਨ ਨੂੰ ਦਿੱਤੇ ਐ।
ਤੇ ਸਾਧ ਸੰਗਤ ਜੀ, ਜਿਹੜੇ ਜੀਵਾਂ ਕੋਲ ਪੈਰ ਨਹੀਂ ਹੁੰਦੇ, ਕਿਸ ਤਰ੍ਹਾਂ ਉਹਨਾਂ ਦਾ ਤੁਰਨਾ ਫਿਰਨਾ ਹੁੰਦਾ, ਬੜਾ ਔਖਾ ਹੁੰਦਾ ਹੈ। ਕਿੱਡਾ ਵਾਹਿਗੁਰੂ ਨੇ ਉਪਕਾਰ ਕੀਤਾ ਹੈ। ਬੜੇ ਬੜੇ ਪਹਾੜ ਸਰ ਕਰ ਦਿੰਦਾ ਹੈ, ਬੜਾ ਬੜਾ ਤੁਰ ਲੈਂਦਾ ਹੈ। ਮਹਾਰਾਜ ਕਹਿੰਦੇ ਵੇਖ ਚੱਲਣ ਨੂੰ ਵਾਹਿਗੁਰੂ ਨੇ ਤੈਨੂੰ ਪੈਰ ਦਿੱਤੇ ਐ, ਇਹ ਸਤਸੰਗਤ ਵੱਲ ਨੂੰ ਚੱਲਿਆ ਕਰ। ਮਹਾਰਾਜ ਕਹਿੰਦੇ ਭਾਈ ਕਿਰਤ ਕਰਨ ਨੂੰ ਤੈਨੂੰ ਹੱਥ ਦਿੱਤੇ ਐ, ਕਿਰਤ ਕੱਢ ਕੇ ਦਸਵੰਧ ਕੱਢਿਆ ਕਰ। ਹੱਥਾਂ ਨਾਲ ਮਹਾਰਾਜ ਕਹਿੰਦੇ ਭਾਈ ਸੇਵਾ ਕਰਨੀ ਚਾਹੀਦੀ ਹੈ। ਵਾਹਿਗੁਰੂ ਨੇ ਕਿੱਡਾ ਉਪਕਾਰ ਕੀਤਾ, ਪੈਰ ਚੱਲਣ ਵਾਸਤੇ ਦਿੱਤੇ ਐ, ਹੱਥ ਜਿਹੜੇ ਆ ਉਹ ਕਿਰਤ ਕਰਨ ਨੂੰ, ਵਿਹਾਰ ਕਰਨ ਨੂੰ ਮਹਾਰਾਜ ਕਹਿੰਦੇ ਭਾਈ ਲਾ ਦਿੱਤੇ ਆ, ਸਰੀਰ ਦੀ ਸੰਭਾਲ ਕਰਨ ਨੂੰ ਲਾ ਦਿੱਤੇ ਆ। ਦਿੱਤਾ ਪੈ ਨ ਖਾਏ। ਫਿਰ ਵਾਹਿਗੁਰੂ ਦਾ ਦਿੱਤਾ ਹੋਇਆ ਸਾਧ ਸੰਗਤ ਜੀ ਇਹ ਪਹਿਨਦਾ ਹੈ। ਕਿੰਨੇ ਕਿੰਨੇ ਸੋਹਣੇ ਵਸਤਰ ਮਹਾਰਾਜ ਪਾਉਣ ਨੂੰ ਦਿੱਤੇ ਹੋਏ ਆ, ਤੇ ਫਿਰ ਖਾਣ ਨੂੰ ਕਿੰਨੇ ਪ੍ਰਕਾਰ ਦੇ ਭੋਜਨ ਵਾਹਿਗੁਰੂ ਨੇ ਦਿੱਤੇ ਹੋਏ ਆ। ਮਹਾਰਾਜ ਕਹਿੰਦੇ ਭਾਈ ਉਹਦਾ ਦਿੱਤਾ ਹੋਇਆ ਜਿਹੜਾ ਹੈ ਨਾ, ਇਹ ਤਰ੍ਹਾਂ ਤਰ੍ਹਾਂ ਦੇ ਪਦਾਰਥ ਭੋਗਦਾ ਹੈ, ਜਿਹੜੇ ਆ ਰਸ ਛਕਦਾ ਹੈ। ਫਿਰ ਮਹਾਰਾਜ ਕਹਿੰਦੇ ਭਾਈ ਕਿੰਨੇ ਕਿੰਨੇ ਸੋਹਣੇ ਵਸਤਰ ਜਿਹੜੇ ਆ ਉਹ ਪਹਿਨਦਾ ਹੈ। ਇੰਨਾ ਕੁਝ ਵਾਹਿਗੁਰੂ ਨੇ ਦਿੱਤਾ ਏ। ਜਿਨ ਰਚ ਰਚਿਆ ਤਿਸ ਹੈ ਨਾ ਜਾਣੈ। ਵੇਖ ਲਓ ਸਤਿਗੁਰੂ ਜੀ ਕਹਿੰਦੇ ਗੁਰਸਿੱਖੋ, ਜਿਸ ਵਾਹਿਗੁਰੂ ਨੇ ਇਹਨੂੰ ਰਚ ਕਰਕੇ ਇਹਦੀ ਰਚਨਾ ਕੀਤੀ ਹੈ ਨਾ, ਇਹਦੀ ਰਚਨਾ ਕੀਤੀ ਭਾਵ ਇਹਨੂੰ ਰੱਖ ਕੇ ਮਾਤਾ ਦੇ ਉਦਰ ਵਿੱਚ ਪਹਿਲੋਂ ਬਣਾਇਆ ਹੈ, ਫਿਰ ਇਹ ਸਾਰੇ ਅੰਗ ਪ੍ਰਤੰਗ ਦਿੱਤੇ ਹੈ। ਜਿਸ ਵਾਹਿਗੁਰੂ ਨੇ ਬਣਾ ਕਰਕੇ ਇਸ ਦੀ ਰਚਨਾ ਕਰਕੇ ਮਹਾਰਾਜ ਕਹਿੰਦੇ ਸਾਜਿਆ ਇਸ ਨੂੰ, ਤਿਸੈ ਨਾ ਜਾਣੈ, ਉਸੇ ਨੂੰ ਹੀ ਨਹੀਂ ਜਾਣਦਾ। ਪਰਮੇਸ਼ਰ ਤੋਂ ਹੀ ਮਨ ਕਰੋ ਹੈ। ਕਹਿੰਦੇ ਕਿੱਥੇ ਹੈ ਰੱਬ? ਇਹ ਤੇਰੀਆਂ ਅੱਖਾਂ ਕਿਨ ਲਾਤੀਆਂ, ਇਹ ਤੇਰੇ ਅੰਗ ਪ੍ਰਤੰਗ ਕਿਨੇ ਬਣਾਤੇ? ਪਹਿਲਾਂ ਨੂੰ ਤੈਨੂੰ ਕਹਿੰਦਾ ਮੈਂ ਆਪਣੀ ਲਿਆਕਤ ਨਾਲ ਕਮਾ ਕੇ ਖਾ ਰਿਹਾ ਹਾਂ। ਸਾਧ ਸੰਗਤ ਜੀ, ਜੇ ਹੱਥ ਹੀ ਨਾ ਪਰਮੇਸ਼ਰ ਲਾਉਂਦਾ ਤੇ ਕੀ ਕਮਾ ਲੈਣਾ ਸੀ? ਜੇ ਪਰਮੇਸ਼ਰ ਪੈਰ ਹੀ ਨਾ ਲਾਉਂਦਾ ਤੇ ਕੀ ਤੂੰ ਤੁਰ ਲੈਣਾ ਸੀ? ਇਹ ਤਾਂ ਵਾਹਿਗੁਰੂ ਦਾ ਉਪਕਾਰ ਹੈ। ਪਰਮੇਸ਼ਰ ਨੇ ਇੰਨਾ ਕੁਝ ਤੈਨੂੰ ਦਿੱਤਾ ਹੈ। ਮਹਾਰਾਜ ਕਹਿੰਦੇ ਜਿਸ ਵਾਹਿਗੁਰੂ ਨੇ ਇਹ ਸਾਰਾ ਸੰਸਾਰ ਕਰਕੇ ਪੈਦਾ ਤੇ ਜੀਵ ਤੇਰੀ ਰਚਨਾ ਕੀਤੀ ਇਸ ਸੰਸਾਰ ਦੇ ਅੰਦਰ, ਤਿਸਹਿ ਨਾ ਜਾਣੈ, ਉਸ ਪਰਮੇਸ਼ਰ ਨੂੰ ਹੀ ਨਹੀਂ ਤੂੰ ਜਾਣਦਾ। ਉਸ ਪਰਮੇਸ਼ਰ ਤੋਂ ਹੀ ਤੇਰਾ ਮਨ ਜਿਹੜਾ ਨਾ ਬੇਮੁਖ ਹੋਇਆ ਪਿਆ ਏ। ਅੰਧਾ ਅੰਧ ਕਮਾਏ। ਹਜ਼ੂਰ ਕਹਿੰਦੇ ਭਾਈ ਇਉਂ ਮਨ ਤੇ ਬੁੱਧ ਰੂਪੀ ਨੇਤਰਾਂ ਤੋਂ ਅੰਨਾ ਹੈ ਤੇ ਅੰਧਤਾਈ ਵਾਲੇ ਕਰਮ ਹੀ ਕਮਾਉਂਦਾ ਹੈ। ਵਾਹਿਗੁਰੂ ਤੋਂ ਬੇਮੁਖ ਹੋਣ ਵਾਲੇ ਕਰਮ ਹੀ ਕਰਦਾ ਰਹਿੰਦਾ ਹੈ। ਕਦੇ ਪਰਮੇਸ਼ਰ ਦਾ ਸ਼ੁਕਰਾਨਾ ਨਹੀਂ ਕਰਦਾ ਕਿ ਮਹਾਰਾਜ ਤੁਸਾਂ ਮੈਨੂੰ ਇਸ ਸੰਸਾਰ 'ਚ ਭੇਜਿਆ। ਮਹਾਰਾਜ ਹੁਣ ਇਹ ਵਾਰੀ ਖਾਲੀ ਨਾ ਜਾਵੇ, ਮਿਹਰ ਕਰ ਦਿਓ ਮਹਾਰਾਜ। ਅਬ ਕੀ ਬਾਰ ਬਖਸ਼ ਬੰਦੇ ਕੋ, ਬੌਰ ਨਾ ਭਾਉ ਜਲ ਫੇਰਾ। ਮਹਾਰਾਜ ਫਿਰ ਮੈਨੂੰ ਆਉਣਾ ਹੀ ਨਾ ਪਵੇ, ਐਸੀ ਦਾਤ ਦਿਓ ਆਪਣੇ ਨਾਮ ਦੀ ਤੇ ਸੇਵਾ ਸਿਮਰਨ ਦੀ। ਫਿਰ ਸਾਧ ਸੰਗਤ ਜੀ ਉਹ ਮਹਾਰਾਜ ਤੋਂ ਇਹ ਮੰਗਦੇ ਐ, ਪਰ ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਵਿਵੇਕ ਤੇ ਬਰਾਗ ਦੇ ਨੇਤਰ ਹੀ ਹੈ ਨਹੀਂ ਤੇ ਅੰਨਾ ਹੋਇਆ ਪਿਆ ਹੈ। ਅੰਨੇ ਨੂੰ ਹੁਣ ਸਾਧ ਸੰਗਤ ਜੀ ਅਮਨੇ ਪਵਣਾ ਖਾਤੀ ਟੋਆ, ਉਹਨੂੰ ਕੋਈ ਖਾਈ ਤੇ ਟੋਆ ਥੋੜੋ ਦਿਸਦਾ ਹੈ, ਝਾਟੀ ਦੜੁੰਮ ਕਰਕੇ ਜਾ ਪੈਂਦੇ ਆ। ਇਵੇਂ ਇਹ ਅੰਨਾ ਹੈ, ਇਹਦੇ ਕੋਲ ਬਰਾਗ ਤੇ ਵਿਵੇਕ ਦੇ ਨੇਤਰ ਨਹੀਂ ਹਨ ਤੇ ਵਿਸ਼ਿਆਂ ਦੀ ਦਲਦਲ ਰੂਪੀ ਟੋਏ ਦੇ ਵਿੱਚ ਸਾਧ ਸੰਗਤ ਜੀ ਜਿਹੜੇ ਅੰਨੇ ਕਰ ਦੇਣ ਵਾਲੇ ਆ, ਅੰਧਾ ਅੰਧ ਕਮਾਏ, ਜਿਹੜੇ ਅੰਨੇ ਹੀ ਕਰਦੇ ਆ ਜੀਵ ਨੂੰ। ਦੇਖ ਲਓ ਵਾਸ਼ਨਾ ਕਿੰਨਾ ਅੰਨਿਆਂ ਕਰਦੀ ਹੈ। ਅੱਖਾਂ ਦੇ ਹੁੰਦਿਆਂ ਵੀ ਇਹ ਦੇਖ ਹੀ ਨਹੀਂ ਸਕਦਾ, ਵੀ ਉਦੋਂ ਸੁਰਤੀ ਨਹੀਂ ਸਾਂਭਦਾ ਕਿ ਮੈਂ ਕੀ ਕਰਨ ਲੱਗਾ ਹਾਂ। ਇਹੋ ਜਿਹਾ ਕ੍ਰੋਧ ਹਾਵੀ ਹੁੰਦਾ, ਇਹਨੂੰ ਮਾਤੀ ਮਾਰ ਛੱਡਦਾ ਹੈ। ਇਹੋ ਜੀਆਂ ਮਹਾਰਾਜ ਕਹਿੰਦੇ ਭਾਈ ਵਾਸ਼ਨਾ ਰੂਪੀ ਚਿੱਕੜ ਦੇ ਅੰਦਰ ਡਿੱਗਿਆ ਪਿਆ ਹੈ ਤੇ ਮਨ ਬੁੱਧ ਰੂਪੀ ਨੇਤਰ ਨਹੀਂ, ਵਿਵੇਕ ਬੈਰਾਗ ਦੇ ਨੇਤਰ ਨਹੀਂ ਹਨ। ਇਸ ਕਰਕੇ ਅੰਨਿਆਂ ਕਰ ਦੇਣ ਵਾਲੇ ਜਿਹੜੇ ਵਿਸ਼ੇ ਆ ਉਹਨਾਂ ਦੀ ਹੀ ਕਮਾਈ ਕਰੀ ਜਾਂਦਾ, ਉਹਨਾਂ ਨੂੰ ਹੀ ਇਕੱਠਿਆਂ ਕਰੀ ਜਾਂਦਾ। ਹਜੂਰ ਨੇ ਕਿਹਾ ਨਾ ਵਕਾਰ ਪਾਥਰ ਗਲਹ ਬੰਨ੍ਹਦਾ, ਨਿੰਦ ਪੋਟ ਸਰਾਏ, ਮਹਾਸਾਗਰ ਸਮੁੰਦ ਲੰਘਣਾ, ਪਾਰ ਨਾ ਪਰਨਾ ਜਾਏ। ਤੇ ਇੱਥੋਂ ਪਾਰ ਨਹੀਂ ਪਿਆ ਜਾਣਾ। ਵੇਖ ਲੈ ਤੂੰ ਵਕਾਰਾਂ ਰੂਪੀ ਵੱਡੇ ਵੱਡੇ ਪੱਥਰ ਆਪਣੇ ਗਲ ਨਾਲ ਬੰਨੀ ਜਾਂਦਾ ਤੇ ਨਿੰਦਾ ਕਰ ਕਰਕੇ ਵੱਡੀਆਂ ਪੰਡਾਂ ਆਪਣੇ ਸਿਰ ਤੇ ਦੂਜਿਆਂ ਦੇ ਪਾਪਾਂ ਦੀ ਬੋਝ ਦੀਆਂ ਚੱਕੀ ਜਾਂਦਾ
ਬੜਾ ਤੂੰ ਸੰਸਾਰ ਸਮੁੰਦਰ ਇੱਕ ਤਾਂ ਲੰਘਣਾ, ਇੱਕ ਫਿਰ ਪਰਲੋਕ ਦੇ ਜਦੋਂ ਰਾਹ ਤੇ ਤੁਰਨਾ ਹੈ, ਅੱਗ ਦਾ ਸਮੁੰਦਰ ਤੈਂ ਲੰਘਣਾ ਹੈ, ਫਿਰ ਪਛਾਂ ਵਾਲਾ ਜਿਹੜਾ ਹੈ ਜੰਗਲ ਆਉਣਾ ਜ਼ਰੀਲਾ, ਉਹ ਕਿਵੇਂ ਲੰਘੇਗਾ ਇੰਨਾ ਭਾਰ ਚੱਕ ਕੇ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਅੰਨਾ ਜੀਵ ਜਿਹੜਾ ਨਾ, ਇਹਦੇ ਪ੍ਰਤੱਖ ਨੇਤਰ ਹੁੰਦਿਆਂ ਵੀ ਉਹਨਾਂ ਨੇਤਰਾਂ ਅੰਦਰ ਸੁਰਤੀ ਨਹੀਂ ਕਰਦਾ ਹੈ। ਹਜ਼ੂਰ ਕਹਿੰਦੇ ਭਾਈ ਅੰਨਿਆਂ ਕਰ ਦੇਣ ਵਾਲੇ ਵਿਸ਼ਿਆਂ ਦੀ ਹੀ ਕਮਾਈ ਕਰਦਾ ਰਹਿੰਦਾ ਏ। ਜਾਂ ਭਜੈ ਤਾਂ ਠੀਕਰ ਹੋਵੈ। ਤੇ ਜਾਂ ਮਹਾਰਾਜ ਕਹਿੰਦੇ ਜਦੋਂ ਫਿਰ ਸਰੀਰ ਰੂਪੀ ਘੜਾ ਭੱਜ ਜਾਂਦਾ ਹੈ ਤੇ ਫਿਰ ਕੀ ਹੁੰਦਾ, ਠੀਕਰ ਹੋ ਜਾਂਦਾ ਘੜਾ। ਜਦੋਂ ਕੱਚਾ ਘੜਾ ਤੋੜਦੇ ਆ ਨਾ ਤੇ ਸਾਧ ਸੰਗਤ ਜੀ ਉਹਦੀਆਂ ਠੀਕਰੀਆਂ ਖਿੱਲਰ ਜਾਂਦੀਆਂ ਹਨ। ਤੇ ਉਹ ਫਿਰ ਮਹਾਰਾਜ ਕਹਿੰਦੇ ਭਾਈ ਇਉਂ ਜਦੋਂ ਇਹ ਸਰੀਰ ਰੂਪੀ ਘੜਾ ਭੱਜਦਾ ਹੈ ਫਿਰ ਠੀਕਰਿਆਂ ਦੀ ਨਿਆਈ ਮਹਾਰਾਜ ਕਹਿੰਦੇ ਭਾਈ ਬੇਕਾਰ ਹੋ ਜਾਂਦਾ ਏ। ਘਾੜਤ ਘੜੀ ਨਾ ਜਾਏ। ਫਿਰ ਇਸ ਦੇਹੀ ਦੀ ਘਾੜਤ ਨਹੀਂ ਦੁਬਾਰਾ ਘੜੀ ਜਾਂਦੀ। ਫਿਰ ਚਾਹੁੰਦੇ ਐ ਕਿ ਸਾਡਾ ਜੀ ਪਵੇ, ਉੱਠ ਪਵੇ। ਮਹਾਰਾਜ ਕਹਿੰਦੇ ਨਾ ਭਾਈ, ਜਿਹਦੀ ਇਹ ਜਿਸ ਕੀ ਵਸਤ ਸੋਈ ਲੈ ਜਾਏਗਾ। ਇਹ ਤਾਂ ਜਿਹਦੀ ਵਸਤੂ ਸੀ ਮਹਾਰਾਜ ਦੀ ਉਹ ਲੈ ਗਏ ਤੇ ਪਰਮੇਸ਼ਰ ਨੂੰ ਮੰਨਦਾ ਹੀ ਨਹੀਂ ਸੀ। ਕਹਿੰਦਾ ਹਾਂ ਕਿੱਥੇ ਆ ਰੱਬ, ਇੰਨਾ ਬੇਮੁਖ ਹੋਇਆ ਸੀ। ਮਹਾਰਾਜ ਕਹਿੰਦੇ ਜਾਂ ਭੱਜਾ ਤਾਂ ਠੀਕਰ ਹੋਵੇ। ਜਦੋਂ ਭੱਜਿਆ ਨਾ ਇਹ ਸਰੀਰ ਰੂਪੀ ਬਰਤਨ ਤੇ ਫਿਰ ਠੀਕਰੀਆਂ ਜਿਵੇਂ ਖਿੱਲਰ ਜਾਂਦੀਆਂ ਕੱਚੇ ਭਾਂਡੇ ਦੀਆਂ। ਤੇ ਫਿਰ ਸਾਧ ਸੰਗਤ ਜੀ ਘਾੜਤ ਘੜੀ ਨਾ ਜਾਏ, ਉਹਨੂੰ ਇਕੱਠਿਆਂ ਕਰਕੇ ਫਿਰ ਕੀ ਉਹਦਾ ਘੜਾ ਬਣਾਇਆ ਜਾਣਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਜਦੋਂ ਇਹ ਅੰਦਰ ਸਾਧ ਸੰਗਤ ਜੀ 10 ਹਵਾਵਾਂ ਹੁੰਦੀਆਂ, ਜਿਹੜੀ 10ਵੀਂ ਧਨਜੇ ਹਵਾ ਹੈ ਨਾ ਇਹ ਇਕੱਲੀ ਮਿਰਤਕ ਸਰੀਰ ਵਿੱਚ ਰਹਿੰਦੀ ਹੈ। ਬਾਕੀਆਂ 9 ਹਵਾਵਾਂ ਜਿਹੜੀਆਂ ਨਾ ਉਹ ਜਿਵੇਂ ਜਾਂ ਭੱਜਾ ਤਾਂ ਠੀਕਰ ਹੋਵੇ, ਜਿਵੇਂ ਠੀਕਰਾ ਖਿੱਲਰ ਜਾਂਦਾ ਨਾ, ਇਵੇਂ ਸਾਧ ਸੰਗਤ ਜੀ ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ, ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਫਿਰ ਖਿੰਡ ਜਾਂਦਾ ਸਭ ਕੁਝ। ਇਹ ਸਰੀਰ ਦੇ ਅੰਦਰ ਸਭ ਕੁਝ ਵਾਹਿਗੁਰੂ ਜੀ ਨੇ ਇਕੱਠਾ ਕੀਤਾ ਹੋਇਆ ਹੈ। ਛਿਜੈ ਦੇਹ ਖੁੱਲ੍ਹੈ ਇੱਕ ਗੰਢ। ਜਦੋਂ ਸਵਾਸਾਂ ਦੀ ਗੰਢ ਹੀ ਖੁੱਲਦੀ ਹੈ ਨਾ, ਇਹ ਦੇਹ ਰੂਪੀ ਭਾਂਡਾ ਜਿਹੜਾ ਨਾ ਛਿਜ ਜਾਂਦਾ। ਜਾਂ ਭੱਜੈ ਤਾਂ ਠੀਕਰ ਹੋਵੇ। ਜਦੋਂ ਭੱਜਦਾ ਫਿਰ ਸਾਧ ਸੰਗਤ ਜੀ ਬਕਾਰ ਹੈ, ਠੀਕਰੀ ਹੋ ਜਾਂਦਾ ਹੈ। ਭਾਵੇਂ ਕਿ ਦੇਹ ਤਾਂ ਬਾਹਰੋਂ ਨਹੀਂ ਦਿਸਦੀ ਕਿ ਕਹੇ ਕਿ ਕਿਹੜੇ ਹੱਥ ਪੈਰ ਉਂਗਲਾਂ ਵੱਖ ਹੋ ਗਈਆਂ। ਸਾਧ ਸੰਗਤ ਜੀ ਅੰਦਰ ਜਿਹੜਾ 17 ਜਿਹੜੀ ਤੱਤਾਂ ਦਾ ਸੂਖਸ਼ਮ ਸਰੀਰ ਹੈ ਨਾ ਉਹ ਭੌਰ ਉਡਾਰੀ ਮਾਰ ਜਾਂਦਾ। ਨਾ ਫਿਰ ਗਿਆਨ ਇੰਦਰੇ ਕੰਮ ਕਰਦੇ ਆ, ਨਾ ਕਰਮ ਇੰਦਰੇ ਕੰਮ ਕਰਦੇ ਆ। ਪੰਜੇ ਪੁਰਾਣ ਹੀ ਅੰਦਰ ਨਹੀਂ ਹੁੰਦੇ, ਮਨ ਤੇ ਬੁੱਧ ਵੀ ਉੱਥੇ ਅੰਦਰ ਨਹੀਂ ਹੁੰਦੇ ਕਿ ਜਾਂ ਮੁਰਦੇ ਨੇ ਬੁੱਧੀ ਨਾਲ ਕੋਈ ਸਵਾਲ ਹੱਲ ਕਰਕੇ ਦੱਸਿਆ। ਫਿਰ ਫੁਰਨਾ ਉਠਾਉਣ ਵਾਲਾ ਮਨ ਕਿੱਧਰ ਜਾਂਦਾ, ਸਭ ਕੁਝ ਹੀ ਖਿੰਡ ਜਾਂਦਾ ਹੈ। ਜਾਂ ਭੱਜੈ ਤਾਂ ਠੀਕਰ ਹੋਵੇ, ਸਭ ਕੁਝ ਹੀ ਫਿਰ ਖਿੱਲਰ ਜਾਂਦਾ ਹੈ। ਮਹਾਰਾਜ ਕਹਿੰਦੇ ਫਿਰ ਘਾੜਤ ਘੜੀ ਨਾ ਜਾਏ। ਫਿਰ ਉਹ 17 ਤੱਤ ਇਕੱਠੇ ਕਰਕੇ ਮੁਰਦੇ ਦੇਹ ਵਿੱਚ ਨਹੀਂ ਕੋਈ ਸਮਰੱਥ ਹੋਇਆ ਜਿਹੜਾ ਪਾ ਸਕੇ। ਸਾਧ ਸੰਗਤ ਜੀ ਪੱਛਮੀ ਦੇਸ਼ਾਂ ਦੇ ਡਾਕਟਰਾਂ ਨੇ ਅੱਜ ਤੋਂ ਕਈ ਸਾਲ ਪਹਿਲਾਂ ਮਸ਼ੀਨਾਂ ਬਣਾਈਆਂ ਕਿ ਮੁਰਦੇ ਨੂੰ ਕਹਿੰਦੇ ਜਿੰਦਾ ਰੱਖਿਆ ਜਾ ਸਕੇ। ਕੁਝ ਸਮਾਂ ਤਾਂ ਗੱਲਾਂ ਕਰਾ ਸਕੇ ਐ, ਪਰ ਸਾਧ ਸੰਗਤ ਜੀ ਜਿਉਂਦਾ ਨਹੀਂ ਰੱਖਿਆ ਜਾ ਸਕਦਾ। ਆ ਵੈਂਟੀਲੇਟਰ ਜਿਹੜੀ ਹੁਣ ਮਸ਼ੀਨ ਮੈਂ ਕਹਿੰਦੇ ਆ ਕਰੋਨਾ ਵਾਇਰਸ ਨਾਲ ਜਦੋਂ ਬਲਗਮ ਜੰਮ ਜਾਂਦੀ ਅੰਦਰ ਤੇ ਉਹਨੂੰ ਫਿਰ ਲਾ ਕੇ ਤੇ ਫਿਰ ਇਲਾਜ ਕਰਦੇ, ਜੋ ਨਾ ਹੋਵੇ ਤੇ ਬੰਦਾ ਕਹਿੰਦੇ ਸਾਹ ਰੁਕ ਜਾਂਦਾ, ਤਾਂ ਮਰ ਜਾਂਦਾ। ਤਾਂ ਇਹ ਬਿਮਾਰੀ ਭਿਆਨਕ ਹੈ ਜ਼ਿਆਦੀ। ਤੋ ਸਾਧ ਸੰਗਤ ਜੀ ਹੈ ਤਾਂ ਸੋ ਇਸ ਵਿਸ਼ੇ ਤੇ ਮੈਂ ਜ਼ਿਆਦਾ ਨਹੀਂ ਬੋਲਣਾ, ਕਿਉਂਕਿ ਫਿਰ ਜਿਹੜਾ ਹੈ ਸ਼ਬਦ ਸੰਪੂਰਨ ਨਹੀਂ ਹੋਣਾ। ਇਸ ਕਰਕੇ ਆਪਾਂ ਸ਼ਬਦ ਸੰਪੂਰਨ ਕਰਾਂਗੇ। ਪਰ ਕੀ ਹੈ ਕਿ ਜਿਨ੍ਹਾਂ ਦੇਸ਼ਾਂ ਤੋਂ ਇਹ ਸ਼ੁਰੂਆਤ ਹੋਈ ਨਾ, ਚਾਈਨਾ ਤੋਂ, ਇਟਲੀ ਤੋਂ ਅੱਗੇ, ਉਹਨਾਂ ਦੇਸ਼ਾਂ ਵਿੱਚ ਬੜੇ ਪੋਜ਼ਿਟਿਵ ਸੀਗੇ ਜਿਨ੍ਹਾਂ ਨੂੰ ਇਹ ਰੋਗ ਸੀਗਾ, ਪਰ ਉਹਨਾਂ ਨੇ ਆਪਣੇ ਘਰਾਂ ਵਿੱਚ ਹੀ ਬੰਦ ਹੋ ਕਰਕੇ ਇਹਦਾ ਇਲਾਜ ਕੀਤਾ ਹੈ। ਖਤਰਨਾਕ ਤਾਂ ਜ਼ਿਆਦਾ ਹੈ ਕਿ ਇਹ ਫੈਲਦੀ ਬਹੁਤ ਜ਼ਿਆਦਾ ਹੈ। ਇਸ ਕਰਕੇ ਜਿਹੜੇ ਕੋਈ ਪਹਿਲਾਂ ਹੀ ਰੋਗਗ੍ਰਸਤ ਨੇ ਜਾਂ ਬਹੁਤ ਬਿਰਧ ਹਨ, ਉਹਨਾਂ ਨੂੰ ਜ਼ਿਆਦਾ ਛੇਤੀ ਢਾਹ ਲੈਂਦੀ ਹੈ ਬਿਮਾਰੀ। ਤੇ
ਬਹੁਤਾ ਕੋਈ ਜੇ ਘਬਰਾ ਵੀ ਜਾਏ ਨਾ, ਡਰ ਹੀ ਜਾਵੇ, ਤੇ ਡਰਨ ਨਾਲ ਫਿਰ ਅੰਦਰ ਜਿਹੜਾ ਇਮਿਊਨ ਸਿਸਟਮ ਹੈ ਉਹ ਤਾਂ ਡੈਡ ਹੀ ਹੋ ਜਾਂਦਾ ਡਰੇ ਦਾ, ਉਹ ਬਿਮਾਰੀ ਜ਼ਿਆਦਾ ਹਾਵੀ ਹੁੰਦੀ। ਤੇ ਇਹਦੇ ਵਿੱਚ ਮੈਂ ਟੂਕ ਮਾਤਰ ਹੀ ਬੇਨਤੀ ਕਰਾਂਗਾ, ਕਿਉਂਕਿ ਸ਼ਬਦ ਦੀ ਕਥਾ ਸੰਪੂਰਨ ਕਰਨੀ ਸਮਾਂ ਆਪਣੀ ਚਾਲ ਨਾਲ ਵੱਧਦਾ ਜਾਂਦਾ ਹੈ। ਇਸ ਦੇ ਆਲਮ ਦੇ ਦੌਰਾਨ ਆਪਣੇ ਆਪ ਨੂੰ ਇਕੱਲਾ ਕਰ ਲਵੇ ਤੇ ਜ਼ਿਆਦਾ ਸਟੀਮ ਭਾਫ ਆਦਿਕ ਲਵੇ, ਗਰਮ ਦੁੱਧ ਤੇ ਗਰਮ ਜਲ ਜਿਹੜਾ ਹੈ ਉਹ ਹਲਦੀ ਆਦਿਕ ਦਾ ਸੇਵਨ ਅਦਰਕ ਵਿੱਚ ਸ਼ਹਿਦ ਮਿਲਾ ਕਰਕੇ ਥੋੜੇ ਦਿਨਾਂ ਬਾਅਦ ਹੀ ਜਿਹੜਾ ਹੈ ਨਾ, ਨਿਊਯਾਰਕ ਦੇ ਵਿੱਚ ਕਈ ਰਾਜੀ ਹੋਏ ਆ ਇਸ ਤਰ੍ਹਾਂ। ਤੇ ਜਿਹੜਾ ਹੌਸਲਾ ਛੱਡ ਜਾਂਦਾ ਹੈ ਨਾ, ਉਹ ਸਾਧ ਸੰਗਤ ਜੀ ਫਿਰ ਜ਼ਿਆਦਾ ਇੱਥੇ ਦੁਖਦਾਈ ਤਾਂ ਹੈ ਕਿ ਜਿਨ੍ਹਾਂ ਨੂੰ ਕੋਈ ਪੋਜ਼ਿਟਿਵ ਆ ਵੀ ਜਾਵੇ ਉਹਨਾਂ ਨੂੰ ਲਿਜਾ ਕੇ ਥਾਂ ਉਸ ਤਰ੍ਹਾਂ ਦੇ ਥਾਂ ਤੇ ਰੱਖਿਆ ਜਾਂਦਾ ਜਿੱਥੇ ਸਗੋਂ ਹੀ ਜੇ ਅਗਲੇ ਬਚਣਾ ਵੀ ਹੈ ਤੇ ਤਾਂ ਵੀ ਡੈਡੀ ਹੋ ਜੇ, ਕਿਉਂਕਿ ਸਹੂਲਤਾਂ ਹੀ ਹੈ ਨਹੀਂ। ਤੇ ਉਸ ਤਰ੍ਹਾਂ ਯਤਨ ਆਪਣੇ ਵੱਲੋਂ ਦਿਖਾ ਰਹੇ ਹੈ, ਭਾਵੇਂ ਕਿ ਅਸੀਂ ਬੜਾ ਯਤਨ ਕਰ ਰਹੇ ਹਾਂ, ਪਰ ਇੱਥੇ ਸਹੂਲਤਾਂ ਹੈ ਨਹੀਂ। ਆਪਣਾ ਇਲਾਜ ਤੁਸੀਂ ਆਪ ਕਰੋ। ਤੇ ਕੋਈ ਇਹੋ ਜਿਹੀ ਗੱਲ ਨਹੀਂ ਕਿ ਇਹਦਾ ਇਲਾਜ ਹੈ ਨਹੀਂ। ਮਨੁੱਖ ਦੇ ਅੰਦਰ ਜਿਹੜੀ ਪਾਵਰ ਹੈ ਨਾ, ਉਹਦੀ ਅੰਦਰ ਸਾਧ ਸੰਗਤ ਜੀ ਇਹ ਪਾਵਰ ਸਿਮਰਨ ਨਾਲ, ਸਤਸੰਗਤ ਨਾਲ ਬੜੀ ਵੱਧਦੀ ਹੈ। ਇਸੇ ਕਰਕੇ ਭਾਵੇਂ ਕਿ ਉਹਨਾਂ ਦਾ ਆਪਣਾ ਇਹ ਉਹ ਪ੍ਰਕਾਸ਼ਨ ਲੈ ਰਹੇ ਆ ਸੇਫਟੀਆਂ ਵਾਸਤੇ, ਪਰ ਸਾਧ ਸੰਗਤ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਤੱਖ ਵਾਸ ਹੋਵੇ, ਮੈਨੂੰ ਸੁਣਨ ਵਿੱਚ ਆਇਆ ਸੀ ਕਿ ਜਾ ਕੇ ਕਈ ਕਹਿੰਦੇ ਜੀ ਪੰਜਾਬ ਹਜੂਰ ਸਾਹਿਬ ਤੋਂ ਇਹ ਬਿਮਾਰੀ ਲੈ ਕੇ ਆਏ ਹੈ। ਹਜੂਰ ਸਾਹਿਬ ਤੋਂ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਇਸ ਪਾਵਨ ਅਸਥਾਨ ਤੋਂ ਸਾਡੀ ਅੱਜ ਵੀ ਸ਼ਰਧਾ ਇਹ ਹੈ ਕਿ ਜੇ ਕੋਈ ਰੋਗੀ ਆਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਇਸ ਅਸਥਾਨ ਤੋਂ ਰੋਗ ਟੁੱਟਦੇ ਹੈ, ਰੋਗ ਲੱਗਦੇ ਨਹੀਂ ਹਨ। ਪਰ ਕੀ ਕਰੀਏ, ਇਸ ਦੇਸ਼ ਦੇ ਮੀਡੀਆ ਨੂੰ ਕੀ ਕਹੀਏ, ਉਹਨਾਂ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਧਰਮ ਨੂੰ ਠੇਸ ਪਹੁੰਚਾ ਰਹੇ ਹਾਂ। ਇੱਕ ਸਿੱਖ ਧਰਮ ਉਹ ਹੈ ਜਿੱਥੇ ਮਹਾਰਾਜ ਜੀ ਨੇ ਰੋਗਾਂ ਨੂੰ ਦੂਰ ਕਰਨ ਦੇ ਸੋਮੇ ਲਾਏ ਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੇ ਕੋੜ ਰਾਜੀ ਹੁੰਦੇ ਰਹੇ ਆ ਤੇ ਅੱਜ ਵੀ ਹੁੰਦੇ ਆ, ਪਰ ਕੀ ਹੈ ਕਿ ਚਲੋ ਜੇ ਉਹ ਪ੍ਰਕਾਸ਼ਨ ਲੈਂਦੇ ਆ ਤੇ ਬਹੁਤੇ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ। ਗੁਰੂ ਘਰ ਤਾਂ ਸਾਧ ਸੰਗਤ ਜੀ ਸਦਾ ਖੁਸ਼ੀਆਂ ਵੰਡਦਾ। ਸੱਚੇ ਪਾਤਸ਼ਾਹ ਤੇ ਜਦੋਂ ਸਾਰੇ ਕਿਸੇ ਦੇ ਅਕੀਦੇ ਮੁੱਕ ਜਾਣ ਨਾ, ਜਦੋਂ ਮਹਾਰਾਜ ਦੇ ਅਕੀਦਾ ਰੱਖਦਾ, ਫਿਰ ਮਹਾਰਾਜ ਦਿਖਾਉਂਦੇ ਆ ਕਿ ਵੇਖ ਦਵਾਈਆਂ ਤੋਂ ਬਿਨਾਂ ਹੀ ਮੈਂ ਤੈਨੂੰ ਕਿਵੇਂ ਰਾਜੀ ਕਰਕੇ ਦਿਖਾਉਣਾ। ਭਾਰਦਵਾਜ ਵਰਗੇ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਗੁਰੂ ਰਾਮਦਾਸ ਸਾਹਿਬ ਦੇ ਘਰ ਵਿੱਚ ਕਿਵੇਂ ਕਲਾ ਵਰਤੀ ਸੀ। ਆਪਣੀ ਸ਼ਰਧਾ ਨੂੰ ਕਦੇ ਡਲਾਉਣਾ ਨਹੀਂ ਚਾਹੀਦਾ। ਜਿਸ ਸਿੱਖ ਨੂੰ ਇਹ ਭਾਵਨਾ ਹੋਵੇ ਤੇ ਮਹਾਰਾਜ ਜੇ ਜੀਣਾ ਤਾਂ ਤੇਰੇ ਬਣ ਕੇ, ਜੇ ਮਰਨ ਵਾਸਤੇ ਮਿਲਿਆ ਤੇ ਤੇਰਾ ਦਰ ਮਿਲਿਆ, ਤੇ ਹੋਰ ਥਾਂ ਕੀ ਚਾਹੀਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਆਪ ਹੀ ਗਰੀਬ ਨਵਾਜ ਸ਼ਰਧਾ ਤੇ ਪਿਆਰ ਲਾਉਂਦੇ ਹੈ। ਤੋ ਸਾਧ ਸੰਗਤ ਜੀ ਹਜੂਰ ਫਰਮਾਉਂਦੇ ਹਨ, ਮੈਂ ਇਸ ਪਾਸੇ ਨਹੀਂ ਜ਼ਿਆਦਾ ਲਾਉਣਾ ਸਮਾਂ, ਕਿਉਂਕਿ ਸ਼ਬਦ ਸੰਪੂਰਨ ਕਰੀਏ। ਪੰਕਤੀ ਫਿਰ ਪੜ੍ਹਦੇ ਹੋ ਦੁਬਾਰਾ। ਜਾਂ ਭਜੈ ਤਾਂ ਠੀਕਰ ਹੋਵੈ। ਸਤਿਗੁਰੂ ਜੀ ਕਹਿੰਦੇ ਜਾਂ ਭਾਈ ਇਹ ਦੇਹ ਰੂਪੀ ਠੀਕਰਾ, ਦੇਹ ਰੂਪੀ ਭਾਂਡਾ ਕਹਾਂ ਬਿਸਾਸਾ, ਇਸ ਭਾਂਡੇ ਕਾ ਇਤਨੁਕ ਲਾਗੈ ਠਨੁਕਾ। ਕਦੋਂ ਰੋਗ ਰੂਪੀ ਠੋਲਾ ਵੱਜੇ ਤੇ ਇਹ ਮਹਾਰਾਜ ਕਹਿੰਦੇ ਜਦੋਂ ਭੱਜ ਜਾਂਦਾ ਤੇ ਫਿਰ ਠੀਕਰ ਜਿਵੇਂ ਭਾਂਡਾ ਹੋ ਜਾਂਦਾ, ਉਹਨਾਂ ਤਾਂ ਬਾਹਰੋਂ ਦਿਸਦਾ ਹੈ। ਹਜੂਰ ਕਹਿੰਦੇ ਭਾਈ ਇਹਦੇ ਅੰਦਰੋਂ ਸਭ ਕੁਝ ਹੀ ਖਿਲਰ ਜਾਂਦਾ ਹੈ। 9 ਦੀਆਂ 9 ਹੀ ਹਵਾਵਾਂ ਨਿਕਲ ਜਾਂਦੀਆਂ। 10ਵੇਂ ਧਨਜੈ ਹਵਾ ਜਿਹੜੀ ਹੈ ਨਾ, ਉਹ ਸਾਧ ਸੰਗਤ ਜੀ ਸੰਸਕਾਰ ਕਰਨ ਤੋਂ ਬਾਅਦ ਫਿਰ ਜਿਹੜੀ ਆ ਉਹ ਦੇਹੀ ਤੋਂ ਜਿਹੜੀ ਆ ਉਥਾਨ ਹੁੰਦੀ ਹੈ, ਕਿਉਂਕਿ ਫਿਰ ਤਾਂ ਦੇਹੀ ਸਾਰੀ ਅਗਨ ਭੇਟ ਹੋ ਜਾਂਦੀ ਹੈ। ਇਸ ਤਰ੍ਹਾਂ ਸਾਰਾ ਕੁਝ ਹੀ ਮਹਾਰਾਜ ਕਹਿੰਦੇ ਭਾਈ ਖਿਲਰ ਜਾਂਦਾ ਠੀਕਰੀਆਂ ਦੀ ਤਰ੍ਹਾਂ। ਘੜਤ ਘੜੀ ਨਾ ਜਾਏ। ਫਿਰ ਮਹਾਰਾਜ ਕਹਿੰਦੇ ਇਸ ਸਰੀਰ ਦੀ ਭਾਈ ਘਾਟ ਨਹੀਂ ਘੜੀ ਜਾਂਦੀ। ਬਾਬਾ ਬੋਲਤੇ ਥੇ ਕਹਾਂ ਗਏ, ਕਿੱਥੇ ਚਲੇ ਗਏ। ਉਹ ਫਿਰ ਜਿਹੜੀਆਂ ਗੱਲਾਂ ਬਾਤਾਂ ਸਾਧ ਸੰਗਤ ਜੀ ਫਿਰ ਨਹੀਂ ਮੁੜਦਾ ਉੱਠ ਕੇ ਕਰ ਸਕਦਾ, ਫਿਰ ਨਹੀਂ ਸੁਣ ਸਕਦਾ, ਫਿਰ ਨਹੀਂ ਅੱਖਾਂ ਵੇਖ ਸਕਦੀਆਂ, ਫਿਰ ਨਹੀਂ ਹੱਥ ਕੁਝ ਹਿੱਲ ਸਕਦੇ, ਫਿਰ ਨਹੀਂ ਪੈਰ ਚੱਲ ਸਕਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਘਾੜਤ ਨਹੀਂ ਇਹ ਸਰੀਰ ਦੀ, ਫਿਰ ਘੜੀ ਜਾਂਦੀ। ਨਾਨਕ ਗੁਰ ਬਿਨ ਨਾਹੇ ਪਤ। ਹਜੂਰ ਕਹਿੰਦੇ ਭਾਈ ਗੁਰੂ ਸਾਹਿਬ ਤੋਂ ਬਿਨਾ ਪਤ ਇੱਜ਼ਤ ਨਹੀਂ ਰਹਿੰਦੀ। ਸੰਸਾਰ ਦੇ ਅੰਦਰ ਵਿਸ਼ੇ ਜਿਹੜੇ ਆ ਨਾ ਜੀਵ ਦੀ ਪਤ ਖੁਆਰ ਕਰ ਦਿੰਦੇ ਆ।
ਉਹ ਕਿੰਨੇ ਕੱਪੜੇ ਪਾਈ ਫਿਰਨ, ਜਿਨ੍ਹਾਂ ਨੂੰ ਕਾਮ ਨੇ ਨੰਗਿਆਂ ਕਰ ਛੱਡਿਆ ਹੈ ਉਹਨਾਂ ਦੇ ਕੀ ਕੱਪੜੇ ਪਾਏ ਵੀ ਕਰਨਗੇ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰੂ ਧਾਰੇ ਤੋਂ ਬਿਨਾਂ ਸੰਸਾਰ ਵਿੱਚ, ਗੁਰੂ ਦੀ ਸਿੱਖਿਆ ਕਮਾਏ ਤੋਂ ਬਿਨਾਂ ਪਤ ਨਹੀਂ ਰਹਿੰਦੀ, ਇੱਜ਼ਤ ਨਹੀਂ ਰਹਿੰਦੀ, ਵਿਸ਼ੇ ਇੱਜ਼ਤ ਖੁਆਰ ਕਰ ਦਿੰਦੇ ਆ। ਪਤ ਵੇਣ ਪਾਰ ਨਾ ਪਾਏ। ਤੇ ਜਦੋਂ ਇੱਜ਼ਤ ਹੀ ਖੁਆਰ ਕਰ ਦਿੱਤੀ ਵਿਸ਼ਿਆਂ ਨੇ, ਫਿਰ ਮਹਾਰਾਜ ਕਹਿੰਦੇ ਕੀ ਪਾਰ ਹੋਣਾ ਹੈ, ਮਝਧਾਰ ਹੀ ਡੁੱਬ ਜਾਂਦੇ ਆ, ਫਿਰ ਅਧੋਗਤੀ ਨੂੰ ਜਾਂਦੇ ਆ, ਜੂਨਾਂ ਦੇ ਭੋਗਣ 'ਚ ਫਸੇ ਰਹਿੰਦੇ ਆ। ਇਹ ਜੀ ਮਹਾਰਾਜ ਕਹਿੰਦੇ ਹਾਲਤ ਹੁੰਦੀ ਹੈ। ਇਸੇ ਪ੍ਰਕਾਰ ਹੀ ਨਾਨਕ ਗੁਰ ਬਿਨ ਨਾਹਿ ਪਤ। ਸਤਿਗੁਰੂ ਜੀ ਕਹਿੰਦੇ ਭਾਈ ਗੁਰੂ ਜੀ ਤੋਂ ਬਿਨਾਂ ਗੁਰਸਿੱਖੋ ਜਿਹੜਾ ਪਤ ਪਤੀ ਹੈ ਨਾ ਪਰਮੇਸ਼ਰ, ਉਹਨੂੰ ਨਹੀਂ ਪਾਇਆ ਜਾਂਦਾ। ਪਤ ਵੇਣ ਪਾਰ ਨਾ ਪਾਏ। ਜੇ ਪਤੀ ਕੰਤ ਪਰਮੇਸ਼ਰ ਹੀ ਨਹੀਂ ਪ੍ਰਾਪਤ ਹੋਇਆ ਤੇ ਪਾਰ ਕੀ ਪੈਣਾ। ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੀ ਪ੍ਰਾਪਤੀ ਹੋ ਜੇ ਤੇ ਫਿਰ ਤਾਂ ਜੀਵਨ ਮੁਕਤੀ ਦੀ ਦਾਤ ਮਿਲ ਜਾਂਦੀ ਹੈ। ਮਹਾਰਾਜ ਮੁਕਤੀ ਰੂਪੀ ਕੰਡੇ ਤੇ ਚਾੜ ਦਿੰਦੇ ਆ, ਪਾਰ ਕਰ ਦਿੰਦੇ ਆ। ਮਹਲਾ ਦੂਜਾ। ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ, ਦੇਂਦੇ ਥਾਵਹੁ ਦਿੱਤਾ ਚੰਗਾ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਤਪਿਆਣਾ ਸਾਹਿਬ ਮਹਾਰਾਜ ਦਾ ਪਾਵਨ ਸਥਾਨ, ਖਡੂਰ ਸਾਹਿਬ ਦੀ ਪਾਵਨ ਧਰਤੀ। ਸਾਧ ਸੰਗਤ ਜੀ ਉੱਥੋਂ ਦੀ ਵੀ ਆਬੋ ਹਵਾ ਨਾ ਗੁਰੂ ਅੰਗਦ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਪ੍ਰਤਾਪ ਕਰਕੇ ਬੜੀ ਹੀ ਮਹਿਕਦੀ ਹੈ। ਬੜੇ ਹੀ ਰਮਣੀਕ ਮਹਾਰਾਜ ਦੇ ਸਥਾਨ ਨੇ। ਮਹਾਰਾਜ ਸਜੇ ਬੈਠੇ ਆ, ਸਤਿਗੁਰੂ ਨੇਤਰਾਂ ਦੀਆਂ ਪਲਕਾਂ ਲੱਗੀਆਂ ਹੋਈਆਂ, ਪਰ ਹਜੂਰ ਦਾ ਮਸਤਕ ਇੰਨਾ ਦਗਦਾ ਨਾ ਕੋਈ ਵੇਖਦਾ ਤੇ ਭੁੱਖ ਲੈਂਦੀ ਹੈ। ਸੱਚੇ ਪਾਤਸ਼ਾਹ ਦਾ ਦਰਸ਼ਨ ਵੇਖ ਕੇ ਦੁਖੀਆਂ ਦੇ ਦੋਸ਼ ਟੁੱਟਦੇ ਆ, ਰੋਗੀਆਂ ਦੇ ਰੋਗ ਟੁੱਟਦੇ ਆ। ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਬੈਠੇ ਹੋਏ ਸਿੱਖਾਂ ਦੇ ਪਿਆਰ ਵਿੱਚ ਹਿਰਦੇ ਜਿਹੜੇ ਆ ਨਾ ਉਹ ਨਿਮਗਨ ਹੋਏ ਪਏ ਆ। ਹਜੂਰ ਵੱਲ ਤੱਕਿਆ ਹੈ ਤੇ ਮਹਾਰਾਜ ਦੇ ਨੇਤਰ ਥੋੜੇ ਜਿਹੇ ਖੁੱਲੇ ਆ। ਜਦੋਂ ਸਤਿਗੁਰੂ ਦੀ ਦ੍ਰਿਸ਼ਟੀ ਪੈਂਦੀ ਹੈ ਸਿੱਖਾਂ ਦੇ ਹਿਰਦੇ ਗਦ ਗਦ ਹੋ ਜਾਂਦੇ ਜਦੋਂ ਮਹਾਰਾਜ ਦੀ ਦ੍ਰਿਸ਼ਟੀ ਪੈਂਦੀ। ਇਸੇ ਕਰਕੇ ਭੱਟਾਂ ਨੇ ਕਿਹਾ ਨਾ, ਅਮੈ ਦ੍ਰਿਸ਼ਟ ਸ਼ੁਭ ਕਰੈ। ਮਹਾਰਾਜ ਤੁਹਾਡੀ ਅੰਮ੍ਰਿਤ ਦ੍ਰਿਸ਼ਟੀ ਪੈਂਦੀ ਹੀ ਸਾਨੂੰ ਮਹਾਰਾਜ ਰਾਜੀ ਕਰ ਦਿੰਦੀ ਹੈ। ਸੱਚੇ ਪਾਤਸ਼ਾਹ ਸਾਰੇ ਪਾਪ ਹਰੈ ਅਗ ਪਾਪ ਸਕਲ ਮਲ, ਸਾਰੀਆਂ ਮੈਲਾਂ ਲੱਥ ਜਾਂਦੀਆਂ। ਹਜੂਰ ਦੇ ਕਟਾਕਸ਼ ਭਰੇ ਨੇਤਰ ਜਦੋਂ ਖੁੱਲੇ, ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰਕੇ ਦੱਸੋ ਹਜੂਰ ਮਨਮੁਖ ਕਿਹਨੂੰ ਕਹਿੰਦੇ ਆ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਨਮੁਖ ਦੇ ਲੱਖਣ ਹਜੂਰ ਗੁਰੂ ਅੰਗਦ ਸਾਹਿਬ ਜੀ ਸਿੱਖਾਂ ਦੇ ਪੁੱਛਣ ਤੇ ਦੱਸਦੇ ਆ। ਦੇਂਦੇ ਥਾਵਹੁ ਦਿੱਤਾ ਚੰਗਾ। ਮਹਾਰਾਜ ਕਹਿੰਦੇ ਭਾਈ ਜੋ ਦਿੰਦਾ ਹੈ ਨਾ ਪਰਮੇਸ਼ਰ, ਥਾਮ ਉਹਦੇ ਨਾਲੋਂ ਜਿਹੜੀ ਦਿੱਤੀ ਹੋਈ ਦਾਤ ਹੈ ਨਾ ਉਹਦੀ ਪਰਮੇਸ਼ਰ ਦੀ, ਕਹਿੰਦੇ ਇਹ ਚੰਗੀ ਹੈ। ਪਰਮੇਸ਼ਰ ਨੂੰ ਚੰਗਾ ਨਹੀਂ ਮੰਨਦੇ। ਦਿੰਦੇ ਥਾਮਹੁ ਦਿੱਤਾ ਚੰਗਾ। ਜਿਹੜਾ ਦਿੱਤਾ ਹੈ ਨਾ ਪਰਮੇਸ਼ਰ ਨੇ ਪਦਾਰਥ, ਉਹਦੇ ਨਾਲ ਹੀ ਬਹੁਤ ਧੀਆਂ ਪੁੱਤਰਾਂ ਨਾਲ ਕਿੰਨਾ ਲਾਡ ਕਰਦੇ ਆ। ਤੇ ਜਿਹਦੇ ਕੋਲੋਂ ਹੱਥ ਅੱਡ ਅੱਡ ਕੇ ਮੰਗਿਆ ਉਹਨੂੰ ਭੁੱਲੀ ਜਾਂਦੇ ਆ। ਜਦੋਂ ਨਹੀਂ ਨਾ ਇਹ ਕਈ ਅਰਦਾਸਾਂ ਕਰਾਉਂਦੇ ਆ ਕੇ, ਤੇ ਬਾਬਾ ਬੁੱਢਾ ਸਾਹਿਬ ਜੀ ਦੇ ਜੋ ਬੀੜ ਸਾਹਿਬ ਪਾਵਨ ਸਥਾਨ ਹੈ ਉੱਥੇ ਸਾਧ ਸੰਗਤ ਜੀ ਅਰਦਾਸਾਂ ਕਰਾਉਂਦੇ ਆ। ਤੇ ਗੁਰੂ ਘਰ ਕੀ ਕਮੀ ਹੈ, ਸਭ ਨੂੰ ਦਾਤਾਂ ਮਿਲਦੀਆਂ। ਜਦੋਂ ਪੁੱਤਰ ਪੈਦਾ ਹੋਇਆ ਨਹੀਂ ਤੇ ਮੁੜ ਕਦੇ ਗੁਰਦੁਆਰੇ ਗਏ ਹੀ ਨਹੀਂ। ਅੰਮ੍ਰਿਤ ਛਕਣ ਨੂੰ ਮਨ ਨਹੀਂ ਮੰਨਦਾ, ਬਾਣੀ ਪੜਨ ਨੂੰ ਮਨ ਨਹੀਂ ਲੱਗਦਾ, ਪਰ ਮਹਾਰਾਜ ਕੋਲੋਂ ਦਾਤ ਮੰਗਣੀ ਹੈ। ਸਤਿਗੁਰੂ ਤਾਂ ਫਿਰ ਵੀ ਦਿਆਲੂ ਆ, ਦੇ ਦਿੰਦੇ ਆ। ਪਰ ਮਹਾਰਾਜ ਕਹਿੰਦੇ ਭਾਈ ਜਿਹੜੇ ਸਤਿਗੁਰੂ ਜੀ ਦੇ ਰਹੇ ਆ ਨਾ ਉਹ ਨਹੀਂ ਚੰਗੇ ਲੱਗਦੇ, ਤੇ ਦਿੱਤੀ ਹੋਈ ਦਾਤ ਚੰਗੀ ਲੱਗ ਰਹੀ ਹੈ। ਜੇ ਕਹੇ ਕਿ ਨਹੀਂ ਮਹਾਰਾਜ ਮੈਨੂੰ ਚੰਗੇ ਲੱਗਦੇ ਆ, ਚੰਗੇ ਲੱਗਦੇ ਆ, ਦਿਖਾ ਕਿੱਥੇ ਤੇਰੇ ਗਾਤਰੇ ਕਿਰਪਾਨ। ਜੇ ਚੰਗੇ ਲੱਗਦੇ ਤੇ 5 ਬਾਣੀਆਂ ਕੰਠ ਹੈ, ਤੇਰੇ ਕੋਲ 5 ਕਕਾਰ ਹੈ ਨਾ। ਨਹੀਂ, ਤੈਨੂੰ ਚੰਗੇ ਨਹੀਂ ਲੱਗਦੇ ਮਹਾਰਾਜ, ਤੈਨੂੰ ਸਿੱਖੀ ਸਰੂਪ ਚੰਗਾ ਨਹੀਂ ਲੱਗਦਾ। ਜੇ ਚੰਗਾ ਲੱਗਦਾ ਹੋਵੇ ਤੇ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਵੇਖ ਕਰਕੇ ਹੀ ਤੂੰ ਪਰਮੇਸ਼ਰ ਦਾ ਭਜਨ ਕਰਨ ਲੱਗ ਜੇ ਕਿ ਮਹਾਰਾਜ ਇੰਨਾ ਕੁਝ ਮੈਨੂੰ ਅਕਿਰਤ ਘਣ ਨੂੰ ਦੇ ਛੱਡਿਆ। ਮਹਾਰਾਜ ਮੈਂ ਦਿੱਤੇ ਹੋਏ ਨੂੰ ਲੈ ਕਰਕੇ ਫਿਰ ਆਪ ਨੂੰ ਯਾਦ ਨਹੀਂ ਕਰਦਾ, ਏਡੇ ਦਿਆਲੂ ਹੋ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਮਨਮੁਖ ਕੈਸਾ ਹੈ। ਹਜੂਰ ਫਰਮਾਉਂਦੇ ਆ, ਦਿੰਦੇ ਥਾਮਹੁ ਦਿੱਤਾ ਚੰਗਾ। ਦਿੰਦਾ ਕੌਣ ਹੈ? ਪਰਮੇਸ਼ਰ। ਤੇ ਥਾਮੋਂ ਭਾਵ ਨਾਲੋਂ, ਪਰਮੇਸ਼ਰ ਦੇ ਨਾਲੋਂ ਕਹਿੰਦੇ ਦਿੱਤੀ ਹੋਈ ਦਾਤ ਚੰਗੀ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ। ਪਰਮੇਸ਼ਰ ਭੁੱਲ ਗਿਆ
ਤੇ ਦਿੱਤੀ ਹੋਈ ਦਾਤ ਕਹਿੰਦੇ ਇਹ ਚੰਗੀ ਹੈ, ਉੱਤੇ ਮਿਹਰ ਕਰਦੇ ਆ, ਮੇਰੀ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਮਕੌਰ ਸਾਹਿਬ ਦੀ ਮਹਾਰਾਜ ਨੇ ਉਸ ਕੱਚੀ ਗੜੀ ਸਾਹਿਬ ਦੇ ਅੰਦਰ ਹਜੂਰ ਨੇ ਉਸ ਰਾਤ ਕਿਹਾ ਸੀ, ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰ ਨੂੰ ਸੰਬੋਧਨ ਹੋ ਕਰਕੇ ਕਹਿੰਦੇ ਸਨ, ਹੇ ਵਾਹਿਗੁਰੂ, ਬੱਚੇ ਇਹ ਮੇਰੇ ਨਹੀਂ, ਪਹਿਲਾਂ ਵੀ ਤੇਰੇ ਸੀ, ਹੁਣ ਵੀ ਤੇਰੇ ਹੈ, ਰਹੇਂਗੇ ਤੇਰੇ ਮੌਲਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਕਿਵੇਂ ਵਾਹਿਗੁਰੂ ਦੇ ਖਜ਼ਾਨੇ ਵਿੱਚ ਆਪਣੇ ਸਾਧ ਸੰਗਤ ਜੀ ਨੌ ਨਿਹਾਲਾਂ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਹੜਾ ਵਾਰਿਆ, ਇਹ ਗਰੀਬ ਨਵਾਜ਼ ਸਤਿਗੁਰਾਂ ਸਾਨੂੰ ਦਿਖਾਇਆ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਸ ਪਰਮੇਸ਼ਰ ਨੇ ਦਾਤ ਦਿੱਤੀ ਹੈ ਨਾ, ਉਹਦੀ ਦਾਤ ਦੇ ਉੱਤੇ ਅਸੀਂ ਮਿਹਰ ਕਰਦੇ ਹਾਂ ਤੇ ਦਿੱਤੇ ਹੋਏ ਦਾਤੇ ਨੂੰ ਭੁੱਲ ਜਾਂਦੇ ਹਾਂ। ਇਹ ਨਹੀਂ ਕਿ ਦਾਤਾਂ ਨਾ ਮੰਗੀਏ, ਦਾਤਾਂ ਵੀ ਮੰਗੀਏ, ਪਰ ਦਾਤੇ ਨੂੰ ਚੇਤੇ ਰੱਖੀਏ, ਵਾਹਿਗੁਰੂ ਨੂੰ ਚੇਤੇ ਰੱਖੀਏ, ਗੁਰੂ ਸਾਹਿਬ ਨੂੰ ਚੇਤੇ ਰੱਖੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜਾ ਦਿੰਦੇ ਪਰਮੇਸ਼ਰ ਦੇ ਨਾਲੋਂ ਦਿੱਤੀ ਹੋਈ ਦਾਤ ਨੂੰ ਮਹਾਰਾਜ ਕਹਿੰਦੇ ਪਿਆਰ ਕਰਦਾ, ਚੰਗਾ ਸਮਝਦਾ ਏ। ਮਨ ਮੁਖ ਐਸਾ ਜਾਣੀਐ, ਹਜੂਰ ਕਹਿੰਦੇ ਭਾਈ ਐਸੇ ਪੁਰਖ ਨੂੰ ਮਨਮੁਖ ਜਾਣਨਾ ਕਰੋ, ਉਹ ਹੈ ਮਨਮੁਖ। ਮਹਾਰਾਜ ਗੁਰੂ ਅੰਗਦ ਸਾਹਿਬ ਦੇ ਵਾਕ ਨੇ, ਇਹ ਸਤਿਗੁਰੂ ਦੱਸ ਰਹੇ। ਹੁਣ ਵੇਖੋ ਕਿੰਨਾ ਅਸੀਂ ਮਹਾਰਾਜ ਦੀਆਂ ਦਿੱਤੀਆਂ ਦਾਤਾਂ ਤੇ ਮਿਹਰ ਕਰਦੇ ਆਂ, ਜੇ ਵਾਹਿਗੁਰੂ ਦਾ ਭਜਨ ਨਹੀਂ ਕਰਦੇ ਤੇ ਫਿਰ ਪਤਾ ਨਹੀਂ ਅਸੀਂ ਕਿਸ ਤਰ੍ਹਾਂ ਕਹਿੰਦੇ ਆ ਮਹਾਰਾਜ ਕਿ ਅਸੀਂ ਗੁਰਮੁਖ ਹਾਂ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਕਹਿੰਦੇ, ਗੁਰਸਿੱਖੋ ਮਨਮੁਖ ਐਸਾ ਜਾਣੀਐ, ਐਸਾ ਜਾਣਨਾ ਕਰੋ, ਮਨਮੁਖ ਇਹ ਜਿਹਾ ਹੁੰਦਾ ਹੈ। ਹਜੂਰ ਲੱਖਣ ਪ੍ਰਗਟ ਕਰਕੇ ਦੱਸਦੇ ਆ, ਸੁਰਤ ਮਤ ਚਤੁਰਾਏ ਤਾਂਕੇ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਮਨਮੁਖ ਹੁੰਦਾ ਹੈ ਨਾ, ਕਈ ਕਹਿੰਦੇ ਜੀ ਬੜੀ ਸੁਰਤ ਹੈ ਉਹਨੂੰ ਤੇ ਬੜਾ ਚਲਾਕ ਹੈ, ਤੇ ਸੁਰਤ ਮਤ ਅਕਲ ਬੜੀ ਹੈ, ਚਤੁਰਾਈ ਚਲਾਕ ਬੜਾ ਹੈ। ਕਈ ਵਾਕਾਂ ਦੇ ਬੜੇ ਚਤਰ ਹੁੰਦੇ ਐ, ਗੱਲ ਪੁੰਜੇ ਪੈਣ ਹੀ ਨਹੀਂ ਦਿੰਦੇ, ਨਾਲ ਚਾਰ ਉਹ ਜੇ ਹੋਰ ਹਾਸੇ ਠੱਠੇ ਵਾਲੇ ਰਲਾਏ ਹੁੰਦੇ ਐ। ਗੁਰਬਾਣੀ ਦੀ ਪੰਕਤੀ ਪੜ੍ਹ ਕੇ ਝੱਟ ਹੀ ਹਾਸਾ ਠੱਠਾ ਜਿਹਾ ਕਰਕੇ ਤੇ ਉਸ ਗੁਰਮੁਖ ਨੂੰ ਦਬਾਉਣ ਦਾ ਯਤਨ ਕਰਦੇ ਆ। ਮਹਾਰਾਜ ਕਹਿੰਦੇ ਭਾਈ ਇਹੋ ਜੀ ਸੁਰਤ ਜਿਹੜੀ ਬੜੀ ਉਹਨਾਂ ਦੀ ਗਿਆਤ ਹੋਵੇ ਤੇ ਬੜੀ ਮਤ ਸਿਆਣੀ ਹੋਵੇ ਤੇ ਬੜੇ ਹੀ ਜ਼ਿਆਦੇ ਚਲਾਕ ਹੋਣ। ਕਿਆ ਕਰ ਆਖ ਵਖਾਣੀਆਂ, ਮਹਾਰਾਜ ਕਹਿੰਦੇ ਕੀ ਕਰਕੇ ਕਥਨ ਕਰਕੇ ਉਹਦਾ ਵਖਿਆਨ ਕਰੀਏ, ਕਾਦੀ ਸਿਆਣਪ ਹੈ ਉਹ। ਜੇ ਕਹਿੰਦੇ ਐ ਉਹ ਕਈ ਕਹਿ ਦਿੰਦੇ ਆ ਨਾ ਕਿ ਰਾਵਣ ਦੇ ਨਾ 10 ਸਿਰ ਨਹੀਂ ਸੀ, 10 ਸਿਰਾਂ ਜਿੰਨਾ ਦਿਮਾਗ ਸੀ ਅਖੇ। ਗੁਰੂ ਸਾਹਿਬ ਦੀ ਬਾਣੀ ਤੋਂ ਉਲਟ ਦੱਸਦੇ ਐ। ਮਹਾਰਾਜ ਨੇ ਬਾਣੀ 'ਚ ਕਿਹਾ ਰੋਵੈ 10 ਸਿਰ ਲੰਕ ਗਵਾਏ, ਤੇ ਮਹਾਰਾਜ ਜੀ ਉੱਥੇ 10 ਸਿਰਾਂ ਜਿੰਨਾ ਦਿਮਾਗ ਵੀ ਲਿਖ ਸਕਦੇ ਸੀ, 10 ਸਿਰ ਸੀਗੇ ਉਹਦੇ। ਪਰ ਚਲੋ ਜਿਹੜੇ ਕਹਿੰਦੇ ਆ ਕਿ 10 ਸਿਰਾਂ ਜਿੰਨਾ ਉਹਦਾ ਦਿਮਾਗ ਸੀ, ਇੰਨਾ ਤੇਜ਼ ਸੀ ਤੇ ਕਿਸੇ ਦੀ ਇਸਤਰੀ ਚੁੱਕ ਲਿਆਉਣੀ ਇਹ ਚੰਗੇ ਦਿਮਾਗ ਵਾਲੀ ਗੱਲ ਹੈ। ਬੜਾ ਦਿਮਾਗ ਤੇਜ਼ ਸੀ ਫਿਰ ਤੇ ਉਹਦਾ, ਐਡਾ ਪ੍ਰਤਾਪੀ ਹੁੰਦਿਆਂ ਹੋਇਆਂ ਵੀ ਇਹੋ ਜੀ ਬੁਰੀ ਹਾਲਤ ਨਾਲ ਮਰਿਆ, ਬੜਾ ਸਿਆਣਾ ਸੀ ਫਿਰ ਤਾਂ। ਸਤਿਗੁਰੂ ਜੀ ਨੇ ਉਹਨੂੰ ਕਿਹਾ ਲੰਕਾ ਗੜ ਸੋਇਨੇ ਕਾ ਭਇਆ ਮੂਰਖ ਰਾਵਣ, ਤੇ ਕਹਿੰਦੇ ਉਹਨੇ ਭਾਸ਼ਾ ਵਿੱਚ ਵੇਦਾਂ ਦਾ ਟੀਕਾ ਕਰ ਦਿੱਤਾ ਸੀਗਾ, ਐਡਾ ਸਿਆਣਾ ਸੀ। ਹਜੂਰ ਕਹਿੰਦੇ ਮੂਰਖ ਰਾਵਣ ਕਿਆ ਲੈ ਗਿਆ। ਮਹਾਰਾਜ ਕਹਿੰਦੇ ਕੀ ਕਰਕੇ ਵਖਿਆਨ ਕਰਕੇ ਕਥਨ ਕਰਕੇ ਦੱਸੀਏ ਭਾਈ ਉਹਨਾਂ ਦੀ ਸਮਝ ਨੂੰ। ਬੇਵਕੂਫੀ ਹੈ ਨਾ ਫਿਰ ਉਹ। ਇਹ ਮਹਾਰਾਜ ਦੇ ਸ਼ਬਦ ਨੇ ਸੱਚੇ ਪਾਤਸ਼ਾਹ ਦੇ, ਕਾਦੀ ਸੁਰਤ ਵੈ ਉਹਦੀ, ਮੂਰਖ ਹੀ ਹੈ ਨਾ। ਬੜੇ ਬੜੇ ਸਿਆਣੇ ਆਪਣੇ ਆਪ ਨੂੰ ਬੜੀ ਬੜੀਆਂ ਚਲਾਕੀਆਂ ਤੇ ਬੜੀ ਮੱਤ ਦਾ ਦਾਅਵਾ ਕਰਦੇ ਆ ਕਿ ਜੋ ਮੈਨੂੰ ਪਤਾ ਮੈਨੂੰ ਹੀ ਪਤਾ ਹੈ, ਹੋਰ ਕਿਸੇ ਨੂੰ ਪਤਾ ਹੀ ਕੱਖ ਨਹੀਂ। ਮਹਾਰਾਜ ਕਹਿੰਦੇ ਮਨਮੁਖ ਦੇ ਲੱਛਣ ਹਜੂਰ ਦੱਸਦੇ। ਹਜੂਰ ਕਹਿੰਦੇ ਕੀ ਕਰਕੇ ਕਥਨ ਕਰਕੇ ਭਾਈ ਜਿਹੜਾ ਹੈ ਵਖਿਆਨ ਕਰਕੇ ਦਸੀਏ। ਅੰਤਰ ਬਹਿ ਕੇ ਕਰਮ ਕਮਾਵੇ, ਹਜੂਰ ਕਹਿੰਦੇ ਭਾਈ ਅੰਦਰ ਬਹਿ ਕੇ ਜੇ ਕੋਈ ਕਰਮ ਕਮਾਵੇ ਨਾ, ਲੁਕ ਕੇ ਅਨਕ ਪੜਦੇ ਮਹਿ ਕਮਾਵਹਿ ਵਕਾਰ। ਸਤਿਗੁਰੂ ਜੀ ਕਹਿੰਦੇ ਅਨੇਕਾਂ ਪੜਦੇ ਲਾ ਲਾ ਕਰਕੇ ਤੇ ਸਾਧ ਸੰਗਤ ਜੀ ਕੀ ਲੁਕ ਲੁਕ ਕੇ ਕਈ ਪਾਪ ਕਰਮ ਕਰਦੇ ਆ, ਤੇ ਸਵੇਰੇ ਜਥੇਦਾਰ ਜੀ ਬਣੇ ਹੁੰਦੇ ਆ, ਰਾਤ ਨੂੰ ਕਿਰਪਾਨ ਕਿੱਲੀ ਤੇ ਟੰਗ ਕੇ ਤੇ ਸ਼ਰਾਬ ਦਾ ਪੈਗ ਲਾ ਕੇ ਪੀਂਦੇ ਆ। ਕਿਹੜਾ ਵੇਖਦਾ ਕੋਈ, ਤੇ ਕੋਈ ਕਕਾਰ ਹੁੰਦਾ ਹੀ ਨਹੀਂ। ਤੇ ਜਦੋਂ ਦਿਨ ਚੜ੍ਹਦਾ ਉਦੋਂ ਅਸੀਂ ਕੌਮ ਦੀ ਅਗਵਾਈ ਕਰਨੀ ਆ, ਆਪਣੇ ਬਾਰੇ ਤੇ ਬਹੁਤ ਬਹੁਤ ਲਕਬ ਲਵਾਉਂਦੇ ਆ, ਤੇ ਰਾਤ ਨੂੰ ਉਹਨਾਂ ਨੂੰ ਸਭ ਕੁਝ ਵਿਸਰ ਜਾਂਦਾ ਹੈ। ਵਿਚਾਰ ਕਰਨੇ, ਸ਼ਰਾਬਾਂ ਪੀਣੀਆਂ, ਬਹੁਤ ਬੁਰੀ ਹਾਲਤ। ਮਹਾਰਾਜ ਕਹਿੰਦੇ ਅੰਦਰ ਬਹਿ ਕੇ, ਅੰਦਰ ਲੁਕ ਕੇ, ਬਹੁਤ ਜ਼ਿਆਦਾ ਪਿੱਛੇ ਗੁਪਤ ਹੋ ਕੇ, ਜਿੱਥੇ ਕਿਸੇ ਨੂੰ ਨਾ ਪਤਾ ਹੋਵੇ।
ਮਹਾਰਾਜ ਕਹਿੰਦੇ ਜੇ ਕੋਈ ਭਾਈ ਫਿਰ ਪੜ੍ਹ ਦਿਓ। ਅੰਤਰ ਬਹਿ ਕੈ ਕਰਮ ਕਮਾਵੈ। ਜੇ ਕੋਈ ਕਰਮ ਕਮਾਵੇ ਨਾ ਅੰਦਰ ਬਹਿ ਕਰਕੇ ਲੁਕ ਕੇ, ਮਹਾਰਾਜ ਕਹਿੰਦੇ ਭਾਈ ਉਹ ਜਿਹੜਾ ਪੁਰਖ ਹੈ ਸੋ ਚਾਹ ਕੁੰਡੇ ਜਾਣੀਐ। ਉਹ ਮਹਾਰਾਜ ਕਹਿੰਦੇ ਉਹਦਾ ਕੀਤਾ ਹੋਇਆ ਭਾਈ ਕਰਮ ਜਿਹੜਾ ਨਾ ਚੌਹਾਂ ਕੁੰਟਾਂ ਵਿੱਚ ਜਾਣਿਆ ਜਾਊਗਾ। ਕਿਉਂ? ਸਾਧ ਸੰਗਤ ਜੀ, ਇਹ ਕਦੇ ਕੀਤਾ ਹੋਇਆ ਕਰਮ ਜਿਹੜਾ ਨਾ ਉਹ ਲੁਕਿਆ ਨਹੀਂ ਰਹਿੰਦਾ ਹੈ। ਜਿਹੜੇ ਕਰਮ ਨੂੰ ਜੀਵ ਜਨਮ ਦੇ ਦਿੰਦਾ ਨਾ, ਕਹਿੰਦੇ ਕੋਈ ਮਨੁੱਖ ਨਾ ਮੰਦ ਕਰਮ ਕਰਨ ਲੱਗਾ, ਸਿੱਖਿਆ ਹੁੰਦੀ ਹੈ। ਜਦੋਂ ਮੰਦ ਕਰਮ ਕਰਨ ਲੱਗਾ ਉਹਨੇ ਆਲੇ ਦੁਆਲੇ ਵੇਖਿਆ, ਕੋਈ ਵੇਖਦਾ ਤਾਂ ਨਹੀਂ। ਫਿਰ ਸਾਹਮਣੇ ਦਿਖਿਆ, ਉਹਦੀ ਨਿਗਾਹ ਪਈ, ਇੱਕ ਢੋਲ ਵਾਲਾ ਖਲੋਤਾ ਹੈ। ਕਹਿੰਦਾ ਤੂੰ ਕੌਣ ਹੈ? ਕਹਿੰਦਾ ਮੈਂ ਕਰਮ ਦੇਵਤਾ ਹਾਂ। ਕਹਿੰਦਾ ਇੱਥੇ ਖਲੋਤਾ ਹੈ? ਕਹਿੰਦਾ ਜਿਹੜਾ ਕਰਮ ਕਰਨ ਲੱਗਾ ਮੈਂ ਢੋਲ ਦੇ ਡੱਗੇ 'ਚ ਪ੍ਰਗਟ ਕਰੂੰਗਾ। ਕਹਿੰਦਾ ਉਹ ਇਹ ਤਾਂ ਕਰਮ ਜਿਹੜਾ ਕਰ ਦਿੱਤਾ ਉਹ ਤਾਂ ਫਿਰ ਉਹਦਾ ਜਨਮ ਹੋ ਗਿਆ ਨਾ, ਉਹ ਲੁਕਿਆ ਕਿਵੇਂ ਰਹਿ ਸਕਦਾ ਹੈ? ਸਾਧ ਸੰਗਤ ਜੀ, ਬਾਣੀ ਕਹਿੰਦੀ ਹੈ ਕਬੀਰ ਜੇਤੇ ਕਰਮ ਕੀਏ ਰਾਖੈ ਤਲੈ ਦੁਰਾਏ, ਪ੍ਰਗਟ ਭਏ ਨਿਦਾਨ ਸਭ ਜਬ ਪੁੱਛੈ ਧਰਮ ਰਾਏ। ਹੁਣ ਤਾਂ ਲੁਕ ਲੁਕ ਕੇ ਅੰਦਰ ਤੇ ਚਿੱਤ ਥੱਲੇ ਲੁਕਾ ਲੁਕਾ ਕੇ ਰੱਖਦਾ ਕਿ ਕਿਹੜਾ ਕਿਸੇ ਨੂੰ ਪਤਾ ਹੈ, ਕਿਹੜਾ ਕਿਸੇ ਨੂੰ ਪਤਾ ਹੈ। ਪਰ ਕਬੀਰ ਸਾਹਿਬ ਕਹਿੰਦੇ ਭਾਈ ਇੱਥੇ ਅੱਬਲ ਤਾਂ ਇੱਥੇ ਵੀ ਨਹੀਂ ਲੁਕਦਾ। ਜਿਹੜੀ ਸਾਧ ਸੰਗਤ ਜੀ ਖੁਰਕ ਵੀ ਗੁੱਝੀ ਨਹੀਂ ਰਹਿੰਦੀ, ਜਿਹੜੀ ਮੁਸ਼ਕ ਬਦਬੂ ਆ ਉਹ ਵੀ ਗੁੱਝੀ ਨਹੀਂ ਰਹਿੰਦੀ। ਇਸੇ ਤਰ੍ਹਾਂ ਕਹਿੰਦੇ ਜਿਹੜੀ ਭਾਈ ਇਹੋ ਜੀ ਕੁਕਰਮ ਵਾਲੀ ਜਿਹੜੀ ਆ ਨਾ ਕਾਰਨ, ਜਿਹਨੂੰ ਜਿਹੜਾ ਇਸ਼ਕ ਆਦਿਕ ਕਹਿ ਦਿੰਦੇ, ਵੀ ਗੁੱਝਾ ਨਹੀਂ ਰਹਿੰਦਾ, ਪ੍ਰਗਟ ਹੋ ਜਾਂਦਾ ਸੰਸਾਰ ਦੇ ਅੰਦਰ। ਕਿੰਨੀ ਲੁਕ ਲੁਕ ਕਰਕੇ ਕੋਈ ਕਰਮ ਕਰਦਾ ਹੈ, ਉਹ ਕਰਮ ਸਾਧ ਸੰਗਤ ਜੀ ਉਹਦੇ ਜਿਹੜੇ ਆ ਨਾ ਵਹੀ ਖਾਤੇ ਤੇ ਚੜ ਜਾਂਦੇ ਆ। ਦਫ਼ਤਰ ਦਈ ਜਬ ਕਾਢ ਹੈ ਤਬ ਹੋਏਗੋ ਕੌਣ ਹਵਾਲ। ਉਦੋਂ ਫਿਰ ਉੱਥੇ ਤੇਰਾ ਉਹ ਕੱਢਿਆ ਜਾਣਾ ਕੀਤਾ ਹੋਇਆ ਕਰਮ, ਫਿਰ ਤੇਰਾ ਕੀ ਹਾਲ ਹੋਊਗਾ। ਇੱਥੇ ਤਾਂ ਸਾਧ ਸੰਗਤ ਜੀ ਪਤੀ ਆਪਣੀਆਂ ਪਤਨੀਆਂ ਨੂੰ ਧੋਖਾ ਦਿੰਦੇ ਆ, ਪਤਨੀਆਂ ਆਪਣੇ ਪਤੀ ਨੂੰ ਧੋਖਾ ਦਿੰਦੀਆਂ ਹਨ, ਤੇ ਗੁਰਮੁਖ ਜਿਹੜੇ ਆ ਉਹ ਜਾਣਦੇ ਆ ਕਿ ਭਾਈ ਵਾਹਿਗੁਰੂ ਸਾਖਸ਼ੀ ਹੈ। ਸਤਿਗੁਰੂ ਜੀ ਪ੍ਰਤੱਖ ਉਹਨਾਂ ਦੇ ਸਿਰ ਤੇ ਖਲੋ ਕੇ ਮਹਾਰਾਜ ਜੇ ਕਿਤੇ ਡੋਲਣ ਵੀ ਲੱਗਣ ਤਾਂ ਮਹਾਰਾਜ ਆਪ ਹੀ ਬਚਾ ਲੈਂਦੇ। ਜਿਹੜਾ ਗੁਰੂ ਸਾਹਿਬ ਦੀ ਬਾਣੀ ਦਾ ਆਸਰਾ ਰੱਖੇ ਨਾ, ਤੇ ਸਾਧ ਸੰਗਤ ਜੀ ਉਹਨੂੰ ਮਹਾਰਾਜ ਸਾਹਿਬ ਆਪ ਕਿਰਪਾ ਕਰਕੇ ਬਚਾਉਂਦੇ ਐ। ਫਿਰ ਸਤਿਗੁਰੂ ਜੀ ਇਹੋ ਜੀ ਉਹਨਾਂ ਨੂੰ ਨਿਗਾਹ ਦਿੰਦੇ ਐ ਕਿ ਆਪ ਉਹਨਾਂ ਨੂੰ ਦਿਸਣ ਲੱਗ ਪੈਂਦੇ ਮਹਾਰਾਜ। ਫਿਰ ਉਹਨਾਂ ਦਾ ਵਕਾਰਾਂ ਤੋਂ ਟਾਲਾ ਹੀ ਹੋ ਜਾਂਦਾ ਮਨ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਕੋਈ ਕਰਮ ਕਰਦਾ ਨਾ, ਮਨਮੁਖ ਦੀ ਹਾਲਤ ਵੇਖ ਲੋ ਕੈਸੀ ਹੈ। ਕਰਮ ਕਮਾਉਂਦਾ ਹੈ ਲੁਕ ਲੁਕ ਕੇ, ਪਰ ਮਹਾਰਾਜ ਕਹਿੰਦੇ ਭਾਈ ਸੋਚਾਂ ਕੁੰਡੀ ਜਾਣੀ ਹੈ। ਉਹ ਚੌਹਾਂ ਕੁੰਟਾਂ ਵਿੱਚ, ਚੌਹਾਂ ਦਿਸ਼ਾਵਾਂ ਵਿੱਚ ਹੀ ਜਾਣਿਆ ਜਾਵੇਗਾ। ਜੋ ਧਰਮ ਕਮਾਵੈ ਤਿਸ ਧਰਮ ਨਾਉ ਹੋਵੈ। ਜਿਹੜਾ ਧਰਮੀ ਪੁਰਖ ਧਰਮ ਦੀ ਕਮਾਈ ਕਰਦਾ ਨਾ, ਉਹਦਾ ਨਾਮ ਸਾਧ ਸੰਗਤ ਜੀ ਧਰਮੀ ਪੈ ਜਾਂਦਾ। ਸੰਸਾਰ ਕਹਿੰਦਾ ਬੜਾ ਗੁਰਮੁਖ ਹੈ ਭਾਈ, ਬੜਾ ਨਾਮ ਜਪਦਾ ਹੈ। ਜਿਹੜਾ ਧਰਮ ਦੀ ਕਮਾਈ ਕਰਦਾ ਉਹਦਾ ਨਾਮ ਧਰਮੀ ਪੈ ਜਾਂਦਾ ਏ। ਪਾਪ ਕਮਾਣੈ ਪਾਪੇ ਜਾਣੀਐ। ਜਿਹੜਾ ਪਾਪ ਦੀ ਕਮਾਈ ਕਰਦਾ ਨਾ, ਹਜੂਰ ਕਹਿੰਦੇ ਜਾਣ ਲਓ ਉਹ ਪਾਪੀ ਹੈ। ਲੁਕ ਲੁਕ ਕੇ ਪਾਪ ਕਰਦਾ ਹੋਵੇ ਤੇ ਬਾਹਰ ਗੁਰਮੁਖ ਬਣਨ ਦਾ ਯਤਨ ਕਰੇ, ਪਰ ਗੁਰਮੁਖਾਂ ਵਾਲਾ ਨੂਰ ਮਸਤਕ ਤੇ ਕਿੱਥੋਂ ਲਿਆਉਣਾ ਹੈ? ਮੂੰਹ ਤੇ ਪਈਆਂ ਹੋਈਆਂ ਜਿਹੜੀਆਂ ਫਿਕਰ ਦੀਆਂ ਸ਼ਿਕਨਾਂ ਉਹ ਕਿਵੇਂ ਮੇਟਣੀਆਂ ਹਨ? ਡਰ ਦਾ ਆਲਮ ਮੂੰਹ ਦੇ ਉੱਤੇ ਕਿਵੇਂ ਛਾਇਆ ਹੁੰਦਾ ਹੈ? ਉਹ ਕਿੱਥੋਂ ਲਿਆਉਣਾ ਹੈ? ਜਾਗਦੀ ਜੋਤ ਪ੍ਰਤਾਪ ਜਿਹੜਾ ਹੈ ਗੁਰਮੁਖਾਂ ਦੇ ਮਸਤਕ ਤੇ ਹੁੰਦਾ। ਮਹਾਰਾਜ ਕਹਿੰਦੇ ਇਸ ਕਰਕੇ ਭਾਈ ਜਿਹੜਾ ਪਾਪੀ ਹੈ ਨਾ, ਪਾਪ ਕਰਦਾ ਹੈ, ਉਹ ਜਾਣਿਆ ਹੀ ਜਾਂਦਾ ਕਿ ਪਾਪੀ ਹੈ। ਲੋਕ ਕਹਿੰਦੇ ਆ ਪਾਪੀ ਹੈ ਭਾਈ, ਛੱਡੋ ਇਹਦਾ ਕੀ ਨਾਂ ਲੈਣਾ। ਬਾਹਰੋਂ ਬੜਾ ਧਰਮਾਤਮਾ ਬਣ ਬਣ ਕੇ ਦੱਸਦਾ ਤੇ ਇਹ ਪਾਪ ਕਰਮ ਕਰਦਾ। ਮਹਾਰਾਜ ਕਹਿੰਦੇ ਭਾਈ ਉਗੜ ਜਾਂਦਾ, ਪਾਪੀ ਜਾਣਿਆ ਜਾਂਦਾ ਏ। ਤੂੰ ਆਪੇ ਖੇਲ ਕਰਹਿ ਸਭ ਕਰਤੇ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਆ, ਹੇ ਮੇਰੇ ਕਰਤਾ ਪੁਰਖ ਵਾਹਿਗੁਰੂ ਜੀ, ਤੂੰ ਆਪ ਹੀ ਸਾਰੇ ਖੇਲ ਇਹ ਕਰ ਰਿਹਾ ਹੈ। ਗੁਰਮੁਖ ਬਣਾਏ ਐ, ਪਾਪੀ ਬਣਾਏ ਐ, ਮਨਮੁਖ ਬਣਾਏ ਐ। ਇਹ ਮਹਾਰਾਜ ਸਾਹਿਬ ਤੇਰਾ ਹੀ ਖੇਲ ਹੈ, ਤੂੰ ਆਪ ਹੀ ਖੇਲ ਖੇਲ ਰਿਹਾ ਏ। ਕਿਆ ਦੂਜਾ ਆਖ ਵਖਾਣੀਐ। ਮਹਾਰਾਜ ਕੋਈ ਦੂਜਾ ਹੋਵੇ ਤਾਂ ਮਹਾਰਾਜ ਉਹਨੂੰ ਆਖ ਕਰਕੇ, ਵਖਿਆਣ ਕਰਕੇ, ਕਥਨ ਕਰਕੇ ਦਸੀਏ ਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਸੇ ਦੂਜੇ ਨੂੰ, ਦੂਜਾ ਕਿਸ ਨੂੰ ਕਹਿਣਾ ਕਰੀਏ? ਫਿਰ ਪੜਿਓ ਪੰਕਤੀ। ਦੂਜਾ
ਪੂਰੀ ਪੰਕਤੀ ਤੂੰ ਪੜ੍ਹ। ਆਪੇ ਖੇਲ ਕਰੈ ਸਭ ਕਰਤੇ ਕਿਆ ਦੂਜਾ ਆਖ ਵਖਾਣੀਐ। ਸੱਚੇ ਪਾਤਸ਼ਾਹ ਮਹਾਰਾਜ ਦੂਜਾ ਕਿਸ ਨੂੰ ਕਹੀਏ, ਤੂੰ ਹੀ ਸਾਰੇ ਖੇਲ ਆਪ ਕਰ ਰਿਹਾ ਹੈ। ਕਿਉਂਕਿ ਮਹਾਰਾਜ ਕਿਹਾ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ। ਇਹ ਗੁਰਮੁਖਾਂ ਨੂੰ ਮਹਾਰਾਜ ਦਾਤ ਦਿੱਤੀ ਹੈ ਕਿ ਭਾਈ ਗੁਰਮੁਖ ਹੋਣ ਦਾ ਵੀ ਹੰਕਾਰ ਨਾ ਮਨ ਚ ਆ ਜੇ, ਵਾਹਿਗੁਰੂ ਹੀ ਸਾਰੇ ਖੇਲ ਕਰਦਾ ਹੈ। ਮਹਾਰਾਜ ਕਹਿੰਦੇ ਭਾਈ ਦੂਜਾ ਕਿਹਨੂੰ ਆਖ ਕਰਕੇ ਕਥਨ ਕਰਨਾ ਕਰੀਏ, ਵਾਹਿਗੁਰੂ ਇਹ ਸਭ ਤੇਰਾ ਹੀ ਖੇਲ ਹੈ। ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲਾ ਹੈ। ਜਿੰਨਾ ਚਿਰ ਮਹਾਰਾਜ ਤੇਰੀ ਜੋਤ ਤੇਰੀ ਸੱਤਾ ਹੈ ਨਾ ਇਹ ਸਰੀਰ ਦੇ ਅੰਦਰ, ਉਹਨਾਂ ਚਿਰ ਮਹਾਰਾਜ ਇਸ ਜੋਤ ਦੇ ਅੰਦਰ ਇਸ ਸੱਤਾ ਦੇ ਅੰਦਰ ਤੂੰ ਹੀ ਬੋਲ ਰਿਹਾ ਹੈ। ਸਭ ਦੇ ਅੰਦਰ ਉਹ ਬੋਲ ਰਿਹਾ ਹੈ, ਪਕਸ਼ੀਆਂ ਦੇ ਅੰਦਰ ਬੋਲ ਰਿਹਾ ਹੈ, ਸਭ ਦੇ ਅੰਦਰ ਜੋ ਵੀ ਨਾਦ ਹੋ ਰਿਹਾ ਹੈ ਨਾ, ਮਹਾਰਾਜ ਕਹਿੰਦੇ ਭਾਈ ਜਿੰਨਾ ਚਿਰ ਵਿੱਚ ਸੱਤਾ ਪਾਈ ਹੋਈ ਨਾ ਵਾਹਿਗੁਰੂ ਨੇ, ਅਸਲ ਵਿੱਚ ਜੀਵ ਨਹੀਂ ਬੋਲਦਾ। ਮੁਰਦੇ ਨੇ ਜਵਾਬ ਦਿੱਤਾ ਕਿਸੇ ਦੀ ਗੱਲ ਦਾ ਨਹੀਂ, ਜੋਤ ਦਿੰਦੀ ਹੈ ਜਵਾਬ ਅੰਦਰ। ਮਹਾਰਾਜ ਕਹਿੰਦੇ ਜਿਚਰ ਵਾਹਿਗੁਰੂ ਜਿੰਨਾ ਤੇਰੀ ਜੋਤ ਹੈ ਨਾ ਅੰਦਰ, ਉਹਨਾਂ ਚਿਰ ਇਸ ਸੱਤਾ ਦੇ ਅੰਦਰ ਮਹਾਰਾਜ ਤੂੰ ਹੀ ਬੋਲ ਰਿਹਾ ਹੈ ਸਭ ਦੇ ਅੰਦਰ। ਵਿਣ ਜੋਤੇ ਕਿਹੋ ਕਿਛ ਕਰਹੁ ਦਿਖਾ ਸਿਆਣੀਐ। ਮਹਾਰਾਜ ਕਹਿੰਦੇ ਵਾਹਿਗੁਰੂ ਦੀ ਜੋਤ ਸੱਤਾ ਤੋਂ ਬਿਨਾ ਸਤਿਗੁਰੂ ਜੀ ਕਹਿੰਦੇ ਕੋਈ ਕੁਛ ਕਰਕੇ ਭਾਈ ਵਿਖਾਵੇ ਹਾਂ, ਨਹੀਂ ਕੁਛ ਵੀ ਕਰ ਸਕਦਾ। ਇਹ ਮਹਾਰਾਜ ਕਹਿੰਦੇ ਨੇ ਸਿਆਣ ਕੇ ਪਰਖ ਕੇ ਹਜੂਰ ਕਹਿੰਦੇ ਭਾਈ ਦਿਖਾ ਦੇਖਣਾ ਕਰੋ। ਵਾਹਿਗੁਰੂ ਦੀ ਜੋਤ ਦੇ ਨਾਲ ਹੀ ਜਿਹੜਾ ਸਭ ਕੁਝ ਹਰਕਤ ਹੋ ਰਹੀ ਹੈ। ਵਾਹਿਗੁਰੂ ਦੀ ਜੋਤ ਤੋਂ ਬਿਨਾ ਮਹਾਰਾਜ ਕਹਿੰਦੇ ਨਾ ਕੰਨ ਸੁਣ ਸਕਦੇ ਆ, ਨਾ ਜੀਭਾ ਬੋਲ ਸਕਦੀ ਹੈ, ਨਾ ਅੱਖਾਂ ਵੇਖ ਸਕਦੀਆਂ ਹਨ। ਤੇ ਉਸ ਜੋਤ ਨੂੰ ਹੀ ਮਹਾਰਾਜ ਕਹਿੰਦੇ ਭਾਈ ਸੱਤਾ ਨੂੰ ਹੀ ਭੁਲਾ ਕਰਕੇ ਮਨਮੁਖ ਜਿਹੜਾ ਆਪਣੇ ਆਪ ਦਾ ਦਾਵਾ ਕਰਦਾ ਮੈਂ ਕੀਤਾ, ਮੈਂ ਨਾ ਹੁੰਦਾ ਇਸ ਤਰ੍ਹਾਂ ਹੋਣਾ ਨਹੀਂ ਸੀ। ਇਹ ਸਤਿਗੁਰੂ ਜੀ ਕਹਿੰਦੇ ਭਾਈ ਮੇਰੇ ਵਾਹਿਗੁਰੂ ਦੀ ਜੋਤ ਹੀ ਹੈ, ਜਿੰਨਾ ਚਿਰ ਅੰਦਰ ਬੋਲਦੀ ਹੈ ਉਹਨਾਂ ਚਿਰ ਮਹਾਰਾਜ ਕਹਿੰਦੇ ਭਾਈ ਜੀਵ ਜਿਹੜਾ ਗੱਲਾਂ ਕਰਦਾ ਹੈ ਬਿਨਾਂ ਵਾਹਿਗੁਰੂ ਦੀ ਸੱਤਾ ਤੋਂ। ਮਹਾਰਾਜ ਕਹਿੰਦੇ ਭਾਈ ਵੇਖ ਲਓ ਸਿਆਣ ਕੇ ਚੰਗੀ ਤਰ੍ਹਾਂ। ਸਤਿਗੁਰੂ ਜੀ ਕਹਿੰਦੇ ਕੋਈ ਜਿਹੜਾ ਹੈ ਨਾ ਉਹ ਕਰਕੇ ਸਕਦਾ ਹੈ ਕੋਈ ਗੱਲ ਮੁਰਦੇ ਦੇ ਨਾਲ? ਮਹਾਰਾਜ ਕਹਿੰਦੇ ਕੋਈ ਨਹੀਂ ਭਾਈ ਮੁਰਦੇ ਦੇ ਨਾਲ ਗੱਲ ਨਹੀਂ ਕਰ ਸਕਦਾ, ਮੁਰਦਾ ਬੋਲ ਨਹੀਂ ਸਕਦਾ ਹੈ। ਇਹ ਪ੍ਰਤੱਖ ਮਹਾਰਾਜ ਕਹਿੰਦੇ ਭਾਈ ਵੇਖ ਲਓ ਪਰਖ ਕਰਕੇ। ਨਾਨਕ ਗੁਰਮੁਖ ਨਦਰੇ ਆਇਆ। ਸਤਿਗੁਰੂ ਜੀ ਕਹਿੰਦੇ ਭਾਈ ਗੁਰਮੁਖਾਂ ਨੂੰ ਵਾਹਿਗੁਰੂ ਦ੍ਰਿਸ਼ਟੀ ਵਿੱਚ ਆ ਗਿਆ ਹੈ, ਉਹ ਪਰਮੇਸ਼ਰ ਨੂੰ ਵੇਖਦੇ ਐ। ਸਾਧ ਸੰਗਤ ਜੀ ਉਹਨਾਂ ਨੂੰ ਦੁੰਦਵਾਦ ਨਹੀਂ ਦਿਸਦਾ, ਇਹ ਨਾਨਾ ਪ੍ਰਕਾਰ ਦਾ ਸੰਸਾਰ ਨਹੀਂ ਦਿਸਦਾ। ਹਜੂਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਕਹਿੰਦੇ ਨਾਨਕ ਗੁਰਮੁਖ ਨਦਰੀ ਆਇਆ। ਗੁਰਮੁਖਾਂ ਨੂੰ ਵਾਹਿਗੁਰੂ ਨਿਗਾਹ ਵਿੱਚ ਆ ਗਿਆ, ਉਹਨਾਂ ਨੇ ਦਰਸ਼ਨ ਪਾ ਲਏ ਆ। ਹਰ ਏਕੋ ਸੁਘੜ ਸੋ ਜਾਣੀਐ। ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਕੋ ਇੱਕ ਵਾਹਿਗੁਰੂ ਹੀ ਹੈ ਜੋ ਸੁਗੜ ਸੋ ਘੜ ਸੋ ਸ੍ਰੇਸ਼ਟ ਘਾੜਤ ਨੂੰ ਘੜਨ ਵਾਲਾ ਹੈ, ਤੇ ਸੁਜਾਣੀਆਂ ਜੋ ਅੰਤਰਜਾਮੀ ਹੈ ਦਿਲ ਦੀ ਬੁੱਝਣ ਵਾਲਾ ਹੈ। ਪੌੜੀ ਦੁਆਰਾ ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ। ਸ਼ਬਦ ਦੀ ਸੰਪੂਰਨਤਾ ਭਾਵੇਂ ਸਮਾਂ ਹੋ ਚੁੱਕਾ ਉੱਤੇ, ਪਰ 5-10 ਮਿੰਟ 'ਚ ਸ਼ਬਦ ਸੰਪੂਰਨ ਹੋਵੇਗਾ। ਹਜੂਰ ਫਰਮਾਉਂਦੇ ਹਨ ਤੁਧ ਆਪੇ ਜਗਤ ਉਪਾਇ ਕੈ। ਹੇ ਵਾਹਿਗੁਰੂ ਤੂੰ ਆਪ ਹੀ ਸਾਰੇ ਜਗਤ ਨੂੰ ਉਪਾ ਕੇ ਪੈਦਾ ਕਰਕੇ। ਤੁਧ ਆਪੇ ਧੰਦਾ ਲਾਇਆ। ਆਪ ਹੀ ਮਹਾਰਾਜ ਸਭ ਨੂੰ ਧੰਦਿਆਂ ਵਿੱਚ ਕਾਰਾਂ ਵਿੱਚ ਲਾਇਆ ਹੋਇਆ ਹੈ। ਜਿੱਥੇ ਜਿੱਥੇ ਸਾਧ ਸੰਗਤ ਜੀ ਵਾਹਿਗੁਰੂ ਨੂੰ ਪਾਉਂਦਾ ਹੈ ਨਾ ਸਿਰੈ ਸਿਰ ਧੰਦਾ ਲਾਇਨ ਦਾ, ਥਾਵਾਂ ਥਾਵਾਂ ਤੇ ਕੰਮਾਂ ਕਾਰਾਂ ਵਿੱਚ ਧੰਦਿਆਂ ਵਿੱਚ ਲਾਇਆ ਹੋਇਆ ਹੈ। ਆਪਣੇ ਪਿਆਰਿਆਂ ਨੂੰ ਨਾਮ ਜਪਣ ਦੇ ਧੰਦੇ 'ਚ ਹੀ ਲਾ ਦਿੱਤਾ ਕਿ ਭਾਈ ਤੁਸੀਂ ਨਾਮ ਹੀ ਜਪੋ। ਇਸ ਤਰ੍ਹਾਂ ਮਹਾਰਾਜ ਨੂੰ ਭਜਨ ਕਰਨ 'ਚ ਹੀ ਲਾ ਦਿੱਤਾ ਹੈ। ਤੋ ਸਾਧ ਸੰਗਤ ਜੀ ਕਈਆਂ ਨੂੰ ਕਿਰਤ ਕਰਨ ਨੂੰ ਵੀ ਕਿਹਾ ਕਿ ਕਿਰਤ ਕਰਦਿਆਂ ਵੀ ਨਾਮ ਜਪਣਾ, ਉਹ ਵੀ ਸਫਲ ਹੀ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵਾਹਿਗੁਰੂ ਆਪ ਹੀ ਜਗਤ ਨੂੰ ਪੈਦਾ ਕਰਕੇ ਸਭ ਨੂੰ ਸਿਰ ਬਸਿਰ ਧੰਦਿਆਂ 'ਚ ਲਾਇਆ ਹੈ। ਮੋਹ ਠਗੌਲੇ ਪਾਏ ਕੈ। ਫਿਰ ਮੋਹ ਰੂਪੀ ਠਗੌਲੀ ਜਿਹੜੀ ਠੱਗ ਬੂਟੀ ਹੈ ਨਾ, ਉਹ ਪਾ ਕਰਕੇ, ਜਿਵੇਂ ਠੱਗਾਂ ਕੋਲ ਨਾ ਇੱਕ ਬੂਟੀ ਹੁੰਦੀ ਉਹਨੂੰ ਸੰਘਾ ਕੇ ਬੇਹੋਸ਼ ਕਰ ਦਿੰਦੇ, ਫਿਰ ਸਭ ਕੁਝ ਲੁੱਟ ਲੈਂਦੇ ਆ। ਇਉਂ ਸਾਧ ਸੰਗਤ ਜੀ ਇਹ ਮੋਹ ਰੂਪੀ ਠਗੌਲੀ ਜਿਹੜੀ ਹੈ ਨਾ ਠੱਗ ਬੂਟੀ, ਇਹ ਜੀਵ ਨੂੰ ਸੰਘਾ ਦਿੱਤੀ ਹੈ ਮਹਾਰਾਜ ਨੇ। ਤੁਧ ਆਪਾ ਹੋ ਜਗਤ ਖੁਆਇਆ। ਇਹ ਵਾਹਿਗੁਰੂ ਤੂੰ ਆਪ ਹੀ ਜਗਤ ਨੂੰ ਭੁਲਾ ਛੱਡਿਆ ਆਪਣੇ ਸਰੂਪ ਵੱਲੋਂ।
ਖਵਾਇਆ ਜਿਹੜਾ ਹੈ ਭੁੱਲ ਗਿਆ, ਵਿਸਰ ਗਿਆ ਹੈ ਜਗਤ। ਤਿਸ਼ਨਾ ਅੰਦਰ ਅਗਨ ਹੈ। ਖਵਾਇਆ ਖਰਾਬ ਹੋ ਰਿਹਾ ਹੈ ਤੇ ਅਥਵਾ ਤਿਸ਼ਨਾ ਅੰਤਰ ਅਗਨ ਹੈ। ਮਹਾਰਾਜ ਕਹਿੰਦੇ ਭਾਈ ਜਿਹੜੀ ਤ੍ਰਿਸ਼ਨਾ ਹੈ ਨਾ ਅੰਦਰ, ਇਹ ਅੱਗ ਦੇ ਭਾਂਬੜ ਹੀ ਮਚ ਰਹੇ ਆ ਜੀਵ ਦੇ। ਨਹਿ ਤਿਪਤ ਭੁੱਖਾ ਤਿਹਾਇਆ। ਨਹੀਂ ਤ੍ਰਿਪਤ ਹੁੰਦਾ ਤ੍ਰਿਸ਼ਨਾਲੂ, ਉਹਦੀ ਭੁੱਖ ਹੀ ਨਹੀਂ ਮਿਟਦੀ, ਉਹਦੀ ਤੇਹ ਹੀ ਨਹੀਂ ਮਿਟਦੀ। ਸਮੇਰ ਪਰਬਤ ਜਿੰਨਾ ਉਹਨੂੰ ਪਦਾਰਥ ਦੇ ਦਿਓ ਕਹਿੰਦਾ ਇੰਨਾ ਕੀ, ਥੋੜਾ ਹੀ ਲੱਗਦਾ ਉਹਨੂੰ, ਉਹ ਵੀ ਤਿਨਕਾ ਕੀ ਜਾਪਦਾ ਹੈ, ਰਾਜੀ ਨਹੀਂ ਆਉਂਦਾ। ਭਾਵੇਂ ਮਹਾਰਾਜ ਕਹਿੰਦੇ ਸਾਰੀ ਧਰਤੀ ਦਾ ਰਾਜ ਦੇ ਉਦੋਂ ਤਾਂ ਵੀ ਥੋੜਾ ਹੀ ਮੰਨਦਾ ਹੈ, ਰੱਜ ਨਹੀਂ ਆਉਂਦਾ, ਤੇ ਨਹੀਂ ਮਿਟਦੀ, ਭੁੱਖੇ ਦਾ ਭੁੱਖਾ ਹੀ ਰਹਿੰਦਾ ਏ। ਸਹਸਾ ਇਹੋ ਸੰਸਾਰ ਹੈ। ਹਜੂਰ ਕਹਿੰਦੇ ਭਾਈ ਸੰਸਾਰ ਕੀ ਹੈ? ਸਿੱਖਾਂ ਪੁੱਛਿਆ। ਮਹਾਰਾਜ ਕਹਿੰਦੇ ਸ਼ੰਕਾ। ਇਹ ਜੋ ਸ਼ੰਕਾ ਹੈ ਨਾ, ਇਹ ਸ਼ੰਕਾ ਹੀ ਮਹਾਰਾਜ ਕਹਿੰਦੇ ਭਾਈ ਇਹ ਸੰਸਾਰ ਦੀ ਬਣਤਰ ਨੂੰ ਬਣਾਉਂਦਾ। ਜੇ ਸ਼ੰਕੇ ਮਿਟ ਜਾਣ ਤੇ ਵਾਹਿਗੁਰੂ ਦਿਸ ਪਵੇ। ਮਹਾਰਾਜ ਕਹਿੰਦੇ ਸੰਸਾ ਹੀ ਭਾਈ ਇਹ ਸੰਸਾਰ ਹੈ। ਮਰ ਜਮੈ ਆਇਆ ਜਾਇਆ। ਮਰ ਮਰ ਕੇ ਜਨਮ ਲੈਂਦੇ ਆ, ਆਉਂਦੇ ਆ, ਚਲੇ ਜਾਂਦੇ ਆ, ਜੂਨਾਂ ਵਿੱਚ ਜੀਵ ਭਟਕਦੇ ਰਹਿੰਦੇ ਆ, ਸ਼ੰਕੇ ਹੀ ਨਹੀਂ ਮੁੱਕਦੇ। ਬਿਨ ਸਤ ਗੁਰ ਮੋਹ ਨਾ ਟੁੱਟੇ। ਜਿਵੇਂ ਸਤਿਗੁਰੂ ਜੀ ਨੇ ਵੀ ਕਿਹਾ ਨਾ ਕਿ ਸਹਿ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਫਿਰ ਇਹ ਸ਼ੰਕੇ ਕਰਕੇ ਜੀਵ ਆਤਮਾ ਜਿਹੜਾ ਨਾ ਜੀਵ ਮਨ ਮਲੀਨ ਰਹਿੰਦਾ ਹੈ। ਹਜੂਰ ਫਰਮਾਉਂਦੇ, ਫਿਰ ਪੜੋ ਪੰਕਤੀ। ਬਿਨ ਸਤ ਗੁਰ ਮੋਹ ਨਾ ਟੁੱਟੇ। ਹਜੂਰ ਕਹਿੰਦੇ ਭਾਈ ਬਿਨਾਂ ਸਤਿਗੁਰੂ ਤੋਂ ਮੋਹ ਨਹੀਂ ਟੁੱਟ ਸਕਦਾ। ਜੇ ਸਤਿਗੁਰੂ ਦੀ ਸਿੱਖਿਆ ਕਮਾਈਏ ਨਾ, ਫਿਰ ਇਹ ਮੋਹ ਦੀ ਠੱਗ ਬੂਟੀ ਦਾ ਨਸ਼ਾ ਲੈਂਦਾ ਹੈ। ਮਹਾਰਾਜ ਕਹਿੰਦੇ ਬਿਨਾਂ ਸਤਿਗੁਰੂ ਦੇ ਧਾਰਨ ਤੋਂ, ਸਤਿਗੁਰੂ ਦੀ ਸਿੱਖਿਆ ਕਮਾਏ ਤੋਂ ਬਿਨਾਂ ਭਾਈ ਇਹ ਮੋਹ ਨਹੀਂ ਟੁੱਟਦਾ ਹੈ। ਸਭ ਥਕੇ ਕਰਮ ਕਮਾਇਆ। ਸਾਰੇ ਮਹਾਰਾਜ ਕਹਿੰਦੇ ਥੱਕ ਗਏ ਕਰਮਾਂ ਨੂੰ ਕਮਾ ਕਮਾ ਕੇ। ਕਈਆਂ ਨੇ ਤਾਂ ਲੱਖਾਂ ਬਰਸ ਤਪ ਕੀਤਾ, ਫਿਰ ਨਹੀਂ ਮੋਹ ਟੁੱਟਿਆ। ਕਈਆਂ ਨੇ ਧੂਣੀਆਂ ਬੜੀਆਂ ਤਾਈਆਂ, ਫਿਰ ਨਹੀਂ ਮੋਹ ਟੁੱਟਿਆ। ਤੇ ਇਸ ਪ੍ਰਕਾਰ ਮਹਾਰਾਜ ਕਹਿੰਦੇ ਭਾਈਓ ਸੁਖਦੇਵ ਵਰਗਾ ਜਿਹੜਾ ਸੀ, ਜੰਮਦੇ ਹੀ ਉਦਾਸੀ ਲੈ ਲਈ, ਉਹਦੇ ਫੌੜੀ 'ਚ ਹੀ ਮੋਹ ਲੱਗਾ ਹੋਇਆ ਸੀ। ਬਿਨਾਂ ਗੁਰੂ ਤੋਂ ਭਾਈ ਮੋਹ ਨਹੀਂ ਮਹਾਰਾਜ ਕਹਿੰਦੇ ਭਾਈ ਟੁੱਟਦਾ। ਸਾਰੇ ਥੱਕ ਗਏ ਕਰਮਾਂ ਨੂੰ ਕਮਾ ਕਮਾ ਕੇ, ਜੰਗਲਾਂ 'ਚ ਭੌਂ ਭੌਂ ਕੇ, ਤੀਰਥਾਂ ਤੇ ਫਿਰ ਫਿਰ ਕੇ ਥੱਕ ਗਏ, ਪਰ ਗੁਰੂ ਦੀ ਸਿੱਖਿਆ ਕਮਾਏ ਤੋਂ ਬਿਨਾਂ ਮੋਹ ਨਹੀਂ ਟੁੱਟਦਾ। ਗੁਰਮਤਿ ਨਾਮ ਧਿਆਈਐ। ਸਤਿਗੁਰੂ ਜੀ ਕਹਿੰਦੇ ਭਾਈ ਗੁਰੂ ਜੀ ਦੀ ਮਤ ਸਿੱਖਿਆ ਲੈ ਕਰਕੇ ਨਾਮ ਨੂੰ ਧਿਆਉਣਾ ਕਰੀਏ। ਸੁਖ ਰਜਾ ਜਾਂ ਤੋਦ ਪਾਇਆ। ਸਾਧ ਸੰਗਤ ਜੀ ਸੁਖ ਦੇ ਸਹਿਤ ਆਤਮਿਕ ਆਨੰਦ ਦੇ ਸੁਖ ਨੂੰ ਪਾ ਕਰਕੇ ਰੱਜ ਜਾਂਦਾ ਹੈ ਜੀਵ। ਫਿਰ ਬ੍ਰਹਮਾ ਰਸ ਨੂੰ ਪਾ ਕਰਕੇ, ਆਨੰਦ ਨੂੰ ਪਾ ਕਰਕੇ ਰੱਜ ਜਾਂਦਾ ਜੀਵ। ਕਦੋਂ? ਜਾਂ ਤਿਸ ਭਾਇਆ। ਇਹ ਵਾਹਿਗੁਰੂ ਜਦੋਂ ਤੈਨੂੰ ਭਾ ਗਿਆ ਨਾ, ਉਦੋਂ ਫਿਰ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਤੇ ਜੀਵ ਨੂੰ ਤ੍ਰਿਪਤੀ ਹੋ ਜਾਂਦੀ ਹੈ, ਰਾਜਾ ਆ ਜਾਂਦਾ ਹੈ। ਕੁਲ ਉਧਾਰੇ ਆਪਣਾ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਉਹ ਆਪਣੀਆਂ ਕੁਲਾਂ ਦਾ ਹੀ ਉਧਾਰ ਕਰ ਲੈਂਦਾ ਹੈ, ਆਪਣੀ ਵੰਸ਼ ਨੂੰ ਹੀ ਸਾਰੀ ਨੂੰ ਤਾਰ ਦਿੰਦਾ ਏ। ਧਨ ਜਣੇ ਦੇ ਮਾਇਆ। ਉਹਨਾਂ ਨੂੰ ਜਨਮ ਦੇਣ ਵਾਲੀ ਮਾਂ ਨੂੰ ਵੀ ਧਨ ਕਿਹਾ ਜਾਂਦਾ ਹੈ ਕਿ ਧਨ ਐਸੀ ਛਿਣੀ ਮਾਂ ਜਿਨੇ ਭਗਤ ਨੂੰ ਜਨਮ ਦਿੱਤਾ ਹੈ। ਐਸੀ ਮਾਂ ਜਿਨੇ ਸਾਧ ਸੰਗਤ ਜੀ ਸੂਰਬੀਰ ਯੋਧੇ ਨੂੰ ਜਨਮ ਦਿੱਤਾ ਹੈ। ਉਸ ਦੀ ਮਾਂ ਨੂੰ ਹੀ ਨਾਨਕ ਜਨਨੀ ਧੰਨੀ ਮਾਏ। ਸਤਿਗੁਰੂ ਜੀ ਕਹਿੰਦੇ ਤਿੰਨ ਧਨ ਜਿਣੇ ਦੀ ਮਾਓ ਆਏ ਸਫਲ ਸੇ। ਉਹਨਾਂ ਦਾ ਆਇਆ ਹੋਇਆ ਸਫਲ ਹੈ। ਉਹਨਾਂ ਦੀ ਮਾਤਾ ਦੇ ਚਰਨਾਂ ਤੇ ਸਾਧ ਸੰਗਤ ਜੀ ਸਿਰ ਨਵਾਉਂਦੀ ਹੈ। ਇਹ ਲੁਕਾਈ ਝੁਕਦੀ ਉਸ ਮਾਤਾ ਨੂੰ। ਉਸਨੇ ਆਪ ਦੀ ਕੁੱਖ ਸਫਲੀ ਕਰ ਦਿੱਤੀ। ਐਡਾ ਜਪ ਤਪ ਉਹ ਉਪਜਾਊ ਧਰਤੀ ਹੁੰਦੀ ਹੈ ਜਿੱਥੇ ਇਹੋ ਜਿਹਾ ਬੀਜ ਪੈਦਾ ਹੋਵੇ। ਉਸ ਮਾਤਾ ਦੀ ਖੌਰੇ ਕਿੰਨੀ ਬੰਦਗੀ ਹੁੰਦੀ ਜਿਹੜਾ ਐਸੇ ਸੂਰਬੀਰ ਯੋਧੇ ਮਹਾਬਲੀ ਭਗਤ ਨੂੰ ਜਨਮ ਦੇਵੇ। ਇਸੇ ਕਰਕੇ ਕਿਹਾ ਹੈ ਕਿ ਤੁਲਸੀਦਾਸ ਜੀ ਦੀ ਉਹ ਪੰਕਤੀ ਹੈ ਕਿ ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹਿ ਤੋ ਜਨਨੀ ਬਾਂਝ ਰਹੈ, ਕਹਾਂ ਗਵਾਵੈ ਨੂਰ। ਇਹੋ ਜਿਹਾ ਮਾਂ ਨੂੰ ਉਪਦੇਸ਼ ਹੈ। ਤੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਤਿੰਨ ਧਨ ਜਿਣੇ ਦੀ ਮਾਓ, ਨਾਨਕ ਜਨਨੀ ਧੰਨੀ ਮਾਏ। ਇਹ ਹਜੂਰ ਨੇ ਸ਼ਬਦ ਕਹੇ। ਇੱਥੇ ਪੰਕਤੀ ਫਿਰ ਪੜ੍ਹ ਦਿਓ। ਕੁਲ ਉਧਾਰੇ ਆਪਣਾ। ਉਹ ਆਪਣੀ ਕੁਲ ਦਾ ਵੰਸ਼ ਦਾ ਉਧਾਰ ਗੁਰਮੁਖ ਕਰ ਲੈਂਦੇ ਆ, ਜਿਨ੍ਹਾਂ ਦੀ ਨਾਮ ਵਿੱਚ ਸੁਰਤ ਲੱਗ ਜਾਂਦੀ ਹੈ।
ਆਤਮਕ ਆਨੰਦ ਜਿਨ੍ਹਾਂ ਨੂੰ ਆ ਜਾਂਦਾ ਏ। ਧਨ ਜਣੇ ਦੇ ਮਾਇਆ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਜਨਮ ਦੇਣ ਵਾਲੀ ਮਾਤਾ ਵੀ ਧਨ ਹੈ, ਉਹਦੇ ਚਰਨਾਂ ਤੇ ਨਮਸਕਾਰ ਹੈ। ਸ਼ੋਭਾ ਸੁਰਤ ਸੁਹਾਵਣੇ ਮਹਾਰਾਜ ਕਹਿੰਦੇ ਉਹਨਾਂ ਦੀ ਸੋਭਾ ਲੋਕ ਪਰਲੋਕ ਵਿੱਚ ਹੁੰਦੀ ਹੈ, ਉਹਨਾਂ ਦੀ ਸੁਰਤ ਗਿਆਤ ਧਨ ਹੈ, ਉਹਨਾਂ ਨੂੰ ਸਭ ਲੋਕਾਂ ਦੀ ਸੋਝ ਹੋ ਜਾਂਦੀ ਹੈ, ਸਭ ਖੰਡਾਂ ਬ੍ਰਹਮੰਡਾਂ ਦੀ ਗਿਆਤ ਹੋ ਜਾਂਦੀ, ਸੁਹਾਵਣੀ ਸੋਭਨੀਕ ਹੈ। ਜਿਨ ਹਰ ਸੇਤੇ ਚਿਤ ਲਾਇਆ ਕਿਹਨਾਂ ਦੀ ਸੋਭਾ? ਜਿਨ ਹਰ ਸੇਤੀ ਚਿਤ ਲਾਇਆ, ਜਿਨ੍ਹਾਂ ਨੇ ਮੇਰੇ ਵਾਹਿਗੁਰੂ ਨਾਲ ਆਪਣੇ ਚਿੱਤ ਨੂੰ ਜੋੜ ਲਿਆ, ਪ੍ਰੀਤ ਪਾ ਲਈ ਪਰਮੇਸ਼ਰ ਦੇ ਨਾਲ। ਸਤਿਗੁਰੂ ਜੀ ਕਹਿੰਦੇ ਭਾਈ ਇੱਥੇ ਵੀ ਸੋਭਾ, ਪਰਲੋਕ ਵਿੱਚ ਵੀ ਉਹਨਾਂ ਦੇ ਨਾਮ ਦੀ ਜੈ-ਜੈਕਾਰ ਦੇ ਡੰਕੇ ਵੱਜਦੇ ਆ। ਜਿਵੇਂ ਸਤਿਗੁਰੂ ਜੀ ਨੇ ਕਿਹਾ ਕਿ ਜਿਹੜਾ ਹੈ ਮਾਰ ਨਜਾਬਤ ਖਾਨ ਕੋ ਸੰਗੋ ਜੁਜੈ ਜੁਝਾਰ ਹੈ ਲੋਕੇ ਭਇਓ ਸੁਰਗ ਲੋਕ ਜੈਕਾਰ। ਦੇਵੀ ਦੇਵਤੇ ਵੀ ਉਹਨਾਂ ਦੀ ਜੈ-ਜੈਕਾਰ ਦੇ ਡੰਕੇ ਵਜਾਉਂਦੇ ਆ। ਇਹੋ ਜਿਹਾ ਰੱਬ ਦੇ ਪਿਆਰੇ ਜਦੋਂ ਜੀਤਮਲ ਜੀ ਸ਼ਹੀਦ ਹੋਏ ਸੀ ਨਾ, ਗੁਰੂ ਸਾਹਿਬ ਦੇ ਭੂਆ ਜੀ ਦੇ ਪੁੱਤਰ ਭੰਗਾਣੀ ਦੇ ਯੁੱਧ ਦੇ ਅੰਦਰ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵੀਰ ਆਸਨ ਛੱਡ ਕੇ ਕਿਹਾ ਸੀ, ਜੀਤਮਲ ਧੰਨ ਹੈ ਤੇਰੀ ਮਾਤਾ ਜਿਹਨੇ ਤੈਨੂੰ ਜਨਮ ਦਿੱਤਾ ਹੈ, ਧੰਨ ਹੈ ਤੇਰਾ ਪਿਤਾ ਜਿਹਦੇ ਸੰਜੋਗ ਕਰਕੇ ਤੂੰ ਇਸ ਧਰਤੀ ਤੇ ਇਸ ਰਣ ਖੇਤਰ ਦੇ ਅੰਦਰ ਵੀਰ ਗਤੀ ਨੂੰ ਪ੍ਰਾਪਤ ਕੀਤਾ ਹੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸ਼੍ਰੀ ਕੰਠ ਤੋਂ ਵਰ ਦਿੱਤਾ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਸੋਭਾ ਲੋਕ ਪਰਲੋਕ ਵਿੱਚ ਹੈ। ਉਹਨਾਂ ਨੂੰ ਐਸੀ ਸੁਰਤ ਹੁੰਦੀ ਹੈ ਕਿ ਤਿੰਨਾਂ ਲੋਕਾਂ ਦੀ ਸੋਝੀ ਹੋ ਆ ਜਾਂਦੀ ਹੈ, ਤਿੰਨਾਂ ਕਾਲਾਂ ਦੀ ਸੋਝੀ ਹੋ ਜਾਂਦੀ ਹੈ। ਐਸੀ ਸੋਭਨੀਕ ਉਹਨਾਂ ਦੀ ਸੁਰਤ ਜਿਨ੍ਹਾਂ ਨੇ ਹਰ ਸੇਤੀ ਚਿੱਤ ਲਾਇਆ, ਮੇਰੇ ਵਾਹਿਗੁਰੂ ਨਾਲ ਆਪਣੇ ਚਿੱਤ ਨੂੰ ਜੋੜਿਆ ਹੈ। ਇਹ ਸਤਿਗੁਰਾਂ ਜੀ ਨੇ ਉਪਦੇਸ਼ ਬਖਸ਼ਿਆ। ਮਹਾਰਾਜ ਜੀ ਰਹਿਮਤ ਕਰਨ। ਹਜੂਰ ਦਾ ਅੰਮ੍ਰਿਤ ਪਵਿੱਤਰ ਉਪਦੇਸ਼ ਹਿਰਦੇ ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਕੁਲ ਉਧਾਰੇ ਆਪਣਾ ਧਨ ਜਣੇ ਦੇ ਮਾਇਆ ਸ਼ੋਭਾ ਸੁਰਤ ਸੁਹਾਵਣੇ ਜਿਨ ਹਰ ਸੇਤੇ ਚਿਤ ਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ।